ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਅਮਨਪ੍ਰੀਤ ਕੌਰ। ਇੱਕ ਬਹੁਤ ਸੋਹਣੀ ਕਹਾਵਤ ਕਿਸੇ ਨੇ ਕਹੀ ਹੈ ਕਿ ਅ ਪਿਕਚਰ ਇਜ਼ ਅ ਵਰਥ ਆਫ 1000 ਵਰਡਸ। ਮਤਲਬ ਕਿ ਹਰ ਇੱਕ ਤਸਵੀਰ ਜਿਹੜੀ ਹੈ ਉਹ ਕੋਈ ਨਾ ਕੋਈ ਕਹਾਣੀ ਪੇਸ਼ ਕਰਦੀ ਹੈ। ਸੋ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਕਲਾ ਭਵਨ, ਜਿੱਥੇ ਕਿ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਵੱਲੋਂ ਫੋਟੋ 2023 ਐਗਜ਼ੀਬਿਸ਼ਨ ਲਗਾਈ ਗਈ ਹੈ, ਜੋ ਕਿ ਉਸ ਸੁਸਾਇਟੀ ਦੇ ਮੈਂਬਰਸ ਨੇ ਆਪਣੀਆਂ ਇੱਥੇ ਤਸਵੀਰਾਂ ਜਿਹੜੀਆਂ ਉਹ ਪੇਸ਼ ਕੀਤੀਆਂ ਨੇ। ਸੋ ਇਹ ਜਿਹੜੀ ਐਗਜ਼ੀਬਿਸ਼ਨ ਹੈ, ਅੱਜ ਦਾ ਇਨੋਗ੍ਰੇਸ਼ਨ ਡੇ ਸੀ, ਜੋ ਕਿ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰੈਜ਼ੀਡੈਂਟ ਸੌਰਭ ਦੁਗਲ ਵੱਲੋਂ ਇਸ ਨੂੰ ਇਨੋਗ੍ਰੇਟ ਕੀਤਾ ਗਿਆ ਸੀ। ਸੋ ਇਸ ਐਗਜ਼ੀਬਿਸ਼ਨ 'ਚ ਅਸੀਂ ਖੜੇ ਹਾਂ। ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਜਿੱਥੇ ਬਹੁਤ ਸਾਰੀਆਂ ਤਸਵੀਰਾਂ ਨੇ ਜਿਨ੍ਹਾਂ 'ਚ ਕੋਈ ਨਾ ਕੋਈ ਕਹਾਣੀ ਹੈ ਤੇ ਬਹੁਤ ਆਰਟ ਜਿਹੜਾ ਉਹ ਛੁਪਿਆ ਹੋਇਆ। ਸੋ ਐਗਜ਼ੀਬਿਸ਼ਨ ਦੇ ਇਸ ਨਜ਼ਾਰਾ ਜਿਹੜਾ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ ਤੇ ਇਹ ਵੀ ਦੱਸਦੇ ਹਾਂ ਕਿ ਹਰ ਇੱਕ ਤਸਵੀਰ ਕੀ ਕਹਾਣੀ ਹੈ। ਮੇਰੇ ਪਿੱਛੇ ਜਿਹੜੀਆਂ ਫੋਟੋਗ੍ਰਾਫਸ ਤੁਸੀਂ ਦੇਖ ਰਹੇ ਹੋ ਇੱਕ ਐਕਸ਼ਨ ਜੋਨਰ ਦੀ ਨੇ, ਤੇ ਇਹ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਵੱਲੋਂ ਜਿਹੜੀ ਐਗਜ਼ੀਬਿਸ਼ਨ ਲਗਾਈ ਗਈ ਆ, ਉਹਨਾਂ ਦੇ ਚੇਅਰਮੈਨ ਡਾਕਟਰ SS ਭਮਰਾ ਵੱਲੋਂ ਖਿੱਚੀਆਂ ਗਈਆਂ ਨੇ। ਸੋ ਉਹਨਾਂ ਨਾਲ ਇਹਨਾਂ ਫੋਟੋਗ੍ਰਾਫਸ ਬਾਰੇ ਗੱਲ ਕਰਦੇ ਹਾਂ। Photography Society of Chandigarh is the oldest organization, photographic organization in the city, in the Tri-City in fact. This organization has been present for more than 30 years and we have many members who are different, from different spheres of life. Someone is an architect, doctors, engineers, and just plain photo artists. So we've got different people who have joined the organization. The purpose of the organization is to promote art and culture. It's a non-profit voluntary organization. So we meet every month, and every month we either have a portfolio of our members, ਆਪਣੀਆਂ ਉਹ ਫੋਟੋਆਂ ਦਿਖਾਉਂਦੇ ਨੇ। ਕਈ ਵਾਰੀ ਅਸੀਂ ਕੰਪੀਟੀਸ਼ਨ ਵੀ ਕਰਦੇ ਹਾਂ ਵੀ ਕਿਹਦੀ ਫੋਟੋ ਸਭ ਤੋਂ ਬੈਸਟ ਹੈ, ਤੇ ਕਈ ਵਾਰੀ ਸਾਡੇ ਕੋਲ ਟਾਕਸ ਵਾਸਤੇ ਅਸੀਂ ਗੈਸਟ ਬੁਲਾਉਂਦੇ ਹਾਂ ਜਿਹੜੇ ਕਿ ਪ੍ਰੋਮੀਨੈਂਟ ਫੋਟੋ ਆਰਟਿਸਟ ਹੋਣ ਆਪਣੀ ਕੰਟਰੀ ਦੇ। ਉਹਨਾਂ ਨੂੰ ਅਸੀਂ ਬੁਲਾਉਂਦੇ ਹਾਂ, ਉਹਨਾਂ ਦੀਆਂ ਵੀ ਅਸੀਂ ਫਿਰ ਉਹਨਾਂ ਕੋਲੋਂ ਸਿੱਖਦੇ ਹਾਂ, ਉਹਨਾਂ ਦੀਆਂ ਸੁਣਦੇ ਹਾਂ, ਉਹਨਾਂ ਕੋਲੋਂ ਉਹਨਾਂ ਦਾ ਕੰਮ ਵੀ ਦੇਖਦੇ ਹਾਂ। ਬੜਾ ਅੱਛਾ ਲੱਗਦਾ ਹੈ। ਇੱਦਾਂ ਹੀ ਅਸੀਂ ਕਈ ਵਾਰੀ ਫੋਟੋ ਵਾਕ 'ਤੇ ਜਾਂਦੇ ਹਾਂ, ਜਿੱਥੇ ਕਿ ਸਾਰੇ ਮੈਂਬਰ ਇਕੱਠੇ ਹੋ ਕੇ ਜਾਂਦੇ ਆ ਅਤੇ ਫੋਟੋਆਂ ਖਿੱਚਦੇ ਹਾਂ ਆਪਾਂ। ਇਹ ਕਿਸੇ ਦਾ ਜ਼ਿਆਦਾ ਮੈਂਬਰਾਂ ਦਾ ਪ੍ਰੋਫੈਸ਼ਨ ਨਹੀਂ ਹੈ, ਇਹ ਪਰ ਸਾਰਿਆਂ ਦੇ ਜੁੜਿਆ ਹੋਇਆ ਇੰਟਰਸਟ ਹੈ, ਜਿਹਦੇ ਕਰਕੇ ਉਹ ਸਾਰੇ ਇਕੱਠੇ ਹੋਏ ਆ। ਮੇਰੇ ਆਪਣਾ ਜਿਹੜਾ ਹਰ ਇੱਕ ਦਾ ਆਪਣਾ ਪੈਸ਼ਨ ਹੈ। ਮੇਰਾ ਪੈਸ਼ਨ ਹੈ ਇਸ ਵਾਰੀ ਜਿਹੜੀ ਐਗਜ਼ੀਬਿਸ਼ਨ ਹੈ, ਇਹਦੇ ਵਿੱਚ ਮੇਰਾ ਪੈਸ਼ਨ ਇਹ ਸੀ ਕਿ ਮੇਰੀਆਂ ਜਿਹੜੀਆਂ ਐਕਸ਼ਨ ਵਾਲੀਆਂ ਫੋਟੋਆਂ ਮੈਂ ਉਹ ਲਾਵਾਂ। ਐਕਸ਼ਨ ਵਾਲੀਆਂ ਫੋਟੋਆਂ ਜਿਹੜੀਆਂ ਮੈਂ ਖਿੱਚੀਆਂ ਹੈ, ਇਹ ਮੋਹਾਲੀ ਸੈਕਟਰ 66A JLPL ਦੇ ਸੈਕਟਰ 'ਚ ਖਿੱਚੀਆਂ ਸੀ। ਉੱਥੇ ਇੱਕ ਸਜੋਬਾ ਰੈਲੀ ਅਸੀਂ ਔਰਗਨਾਈਜ਼ ਕੀਤੀ ਸੀ। ਉਹ ਰੈਲੀ ਦੇ ਵਿੱਚ ਫਿਰ ਜਿਹੜੀ ਮੂਵਮੈਂਟ ਹੈਗੀ ਸੀ ਕਾਰਾਂ ਦੀ, ਉਹ ਕੈਪਚਰ ਕੀਤੀ ਹੈ, ਜਿਹੜੀ ਕਿ ਮਤਲਬ ਕਿ ਤੁਸੀਂ ਦੇਖੋਗੇ ਇਹ ਧੂਆਂ ਪਿੱਛੇ ਜਿਹੜੇ ਮਿੱਟੀ ਉੱਡ ਰਹੀ ਹੈ, ਅਤੇ ਕਾਰ ਜਿਹੜੀ ਹੈਗੀ ਆ ਉਹ ਪੂਰੀ ਫੋਕਸ 'ਚ ਹੈ। ਉਹਨੂੰ ਆਪਾਂ ਹਾਈ ਸਪੀਡ 'ਤੇ ਕੈਪਚਰ ਕੀਤਾ, ਨਾਲ ਸਾਰਾ ਐਕਸ਼ਨ ਫਰੀਜ਼ ਹੋਇਆ, ਜਿਹੜੀ ਮਿੱਟੀ ਹੈ ਉਹ ਵੀ ਫਰੀਜ਼ ਹੋ ਗਈ। ਅਤੇ ਇੱਦਾਂ ਹੀ ਤੁਸੀਂ ਦੇਖੋਗੇ ਆਹ ਜਿਹੜੀ ਫੋਟੋ ਹੈਗੀ ਹੈ, ਇਹ ਇੱਦਾਂ ਲੱਗਦਾ ਜਿੱਦਾਂ ਮਿੱਟੀ ਦੇ ਵਿੱਚੋਂ ਹੀ ਨਿਕਲ ਰਹੀ ਹੁੰਦੀ ਹੈ ਗੱਡੀ। ਸੋ ਇੱਕ ਆਹ ਫੋਟੋ ਹੈਗੀ ਹੈ, ਇਹ ਵੀ ਦੇਖੋ ਜਦੋਂ ਇਹ ਡਰਾਈਵਰ ਹੈਗੇ ਆ, ਰੈਲੀ ਡਰਾਈਵਰ ਹੈਗੇ ਨੇ, ਇਹਨਾਂ ਨੇ ਜਦੋਂ ਮਤਲਬ ਗੱਡੀ ਚਲਾਉਣੀ ਹੈ, ਇਹਨਾਂ ਨੇ ਤਾਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਘੱਟ ਤੋਂ ਘੱਟ ਟਾਈਮ ਵਿੱਚ ਸਰਕਿਟ ਕੰਪਲੀਟ ਕਰੀਏ। ਉਹ ਘੱਟ ਤੋਂ ਘੱਟ ਟਾਈਮ ਵਿੱਚ ਕਈ ਵਾਰੀ ਗੱਡੀ ਵੀ ਪੁੱਠੀ ਹੋ ਜਾਂਦੀ ਹੈ। ਫੋਰਚੂਨੇਟਲੀ ਇਹ ਗੱਡੀ ਪੁੱਠੀ ਨਹੀਂ ਹੋਈ ਸੀ, ਪਰ ਆਲਮੋਸਟ ਹੋ ਗਈ ਸੀ। ਪਰ ਮੈਨੂੰ ਮੌਕਾ ਮਿਲਿਆ ਕਿ ਮੈਂ ਉਹ ਸੀਨ ਕੈਪਚਰ ਕਰਾਂ ਜਿੱਥੇ ਕਿ ਇਹਦੇ 2 ਪਹੀਏ ਉੱਪਰ ਸੀ ਅਤੇ 2 ਥੱਲੇ ਸੀ। ਇੱਦਾਂ ਕਰਕੇ ਇਹ ਤਾਂ ਹੈਗੀ ਹੈ ਸਪੋਰਟਸ ਦੀ। ਪਿਛਲੀ ਵਾਰੀ ਮੈਂ ਵਾਈਲਡ ਲਾਈਫ 'ਤੇ ਕੀਤੀ ਸੀ, ਕਈ ਵਾਰੀ ਮੈਂ ਪੋਰਟਰੇਚਰ 'ਤੇ ਕਰਦਾ। ਇੱਦਾਂ ਹੀ ਜਿੱਥੇ ਵੀ ਆਪਾਂ ਨੂੰ ਮੌਕਾ ਮਿਲੇ ਉੱਦਾਂ ਹੀ ਆਪਾਂ ਕਰਦੇ ਹਾਂ। ਪੈਸ਼ਨ ਨੂੰ ਪੇਸ਼ ਕਰਨ ਲਈ, ਜਿਹੜਾ ਆਰਟ ਹੈ ਸਾਡਾ, ਉਹਨੂੰ ਪੇਸ਼ ਕਰਨ ਲਈ ਪਲੇਟਫਾਰਮ ਕਿੰਨਾ ਕੁ ਜ਼ਰੂਰੀ ਹੁੰਦਾ? ਪਲੇਟਫਾਰਮ ਦੇਖੋ ਬਹੁਤ ਜ਼ਰੂਰੀ ਹੈ। ਐਕਚੁਅਲੀ ਕੀ ਹੈ ਕਿ ਜਿਹੜੇ ਕਲਾਕਾਰ ਲੋਕ ਹੈ ਨਾ, ਇਹਦੇ ਹੀ ਭੁੱਖੇ ਹੁੰਦੇ ਆ ਕਿ ਯਾਰ ਤਾਲੀਆਂ ਤੂਲੀਆਂ ਮਿਲ ਜਾਣ, ਜਾਂ ਕੋਈ ਮੇਰੀ ਫੋਟੋ ਦੇਖ ਕੇ 4 ਸ਼ਬਦ ਅੱਛੇ ਬੋਲਦੇ ਅਤੇ ਬਸ ਉਹਦੀ ਮਤਲਬ ਜਿਹੜੀ ਮਿਹਨਤ ਹੈ ਉਹ ਸਫਲ ਹੋ ਗਈ। ਇਸ ਕਰਕੇ ਅਸੀਂ ਕੀ ਕਰਦੇ ਹਾਂ ਕਿ ਸਾਡੇ ਮੈਂਬਰਾਂ ਦੀਆਂ ਜਿਹੜੀਆਂ ਫੋਟੋਆਂ ਅਸੀਂ ਦੇਖਦੇ ਹਾਂ, ਫਿਰ ਉਹਨਾਂ ਵਿੱਚ ਕ੍ਰਿਟੀਸਾਈਜ਼ ਵੀ ਕਰਦੇ ਹਾਂ ਅਤੇ ਐਪਰੀਸ਼ੀਏਟ ਵੀ ਕਰਦੇ ਹਾਂ। ਕ੍ਰਿਟੀਸਾਈਜ਼ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਤੁਸੀਂ ਕ੍ਰਿਟੀਸਾਈਜ਼ ਕਰੋਗੇ ਅਤੇ ਅਗਲਾ ਆਰਟਿਸਟ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਇੰਪਰੂਵ ਕਰੇਗਾ। ਜੇ ਤੁਸੀਂ ਕ੍ਰਿਟੀਸਾਈਜ਼ ਨਹੀਂ ਕਰਦੇ, ਵਾਹ ਵਾਹੀ ਕਰੀ ਜਾਓਗੇ, ਉਹ ਆਰਟਿਸਟ ਉੱਥੇ ਦਾ ਉੱਥੇ ਰਹਿ ਜਾਏਗਾ। ਇਸ ਕਰਕੇ ਕ੍ਰਿਟੀਸਾਈਜ਼
ਕਰਨਾ ਵੀ ਜ਼ਰੂਰੀ ਹੈ ਤੇ ਐਪਰੀਸ਼ੀਏਟ ਕਰਨਾ ਇਸ ਕਰਕੇ ਜ਼ਰੂਰੀ ਹੈ। ਜੇ ਐਪਰੀਸ਼ੀਏਟ ਨਹੀਂ ਕਰੋਗੇ ਬੰਦੇ ਦੀ ਫੂਕ ਜੀ ਨਿਕਲ ਜਾਏਗਾ, ਯਾਰ ਛੱਡੋ ਯਾਰ, ਕਿਸੇ ਨੂੰ ਪਸੰਦ ਤੇ ਆਈਆਂ ਨਹੀਂ ਮੇਰੀਆਂ ਫੋਟੋਆਂ, ਛੱਡੋ ਕੀ ਕਰਨੀਆਂ ਫੋਟੋਆਂ। ਇਹ ਹੈ, ਇਸ ਕਰਕੇ ਨਾ ਐਗਜ਼ੀਬਿਸ਼ਨਸ ਅਟੈਂਡ ਕਰਨੀਆਂ, ਲਾਈਕ ਮਾਈਂਡਡ ਲੋਕਾਂ ਨੂੰ ਮਿਲਣਾ ਉਹ ਬਹੁਤ ਜ਼ਰੂਰੀ ਹੁੰਦਾ ਹੈ, ਜਿਹਦੇ ਨਾਲ ਫਿਰ ਤੁਸੀਂ ਸ਼ੇਅਰ ਕਰਦੇ ਹੋ ਕਿ ਤੁਹਾਡਾ ਕੀ ਮਤਲਬ ਤੁਸੀਂ ਕੀ ਕਰ ਰਹੇ ਹੋ ਤੇ ਉਹ ਕੀ ਕਰ ਰਹੇ ਹੋ। ਸੋ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਵੱਲੋਂ ਐਗਜ਼ੀਬਿਸ਼ਨ ਫੋਟੋ 2023 ਲਗਾਈ ਗਈ ਹੈ ਤੇ ਇਸ ਦਾ ਇਨੋਗ੍ਰੇਸ਼ਨ ਅੱਜ ਹੋਇਆ। ਇਸ ਦਾ ਇਨੋਗ੍ਰੇਸ਼ਨ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰੈਜ਼ੀਡੈਂਟ ਸੌਰਵ ਦੁੱਗਲ ਵੱਲੋਂ ਕੀਤਾ ਗਿਆ। ਉਹ ਇਸ ਵਕਤ ਮੇਰੇ ਨਾਲ ਨੇ। ਤਾਂ ਸਰ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ। ਇੱਕ ਤਾਂ ਇਹ ਮਤਲਬ ਇੱਕ ਪਲੈਟਫਾਰਮ ਜਿਹੜਾ ਆਰਟਿਸਟ ਨੂੰ ਮਿਲਦਾ ਹੈ, ਜਿਹੜੇ ਜਿਨ੍ਹਾਂ ਦਾ ਪੈਸ਼ਨ ਹੈ ਫੋਟੋਗ੍ਰਾਫੀ, ਉਹਨਾਂ ਨੇ ਮਤਲਬ ਇਹ ਚੀਜ਼ ਆਪਣੀ ਆਰਟ ਜਿਹੜੀ ਪੇਸ਼ ਕੀਤੀ ਹੈ। ਸੋ ਪਹਿਲਾਂ ਤਾਂ ਇਹੀ ਗੱਲ ਕਿ ਇੱਕ ਪਲੈਟਫਾਰਮ ਆਰਟਿਸਟ ਨੂੰ ਮਿਲਣਾ ਕਿੰਨਾ ਕੁ ਜ਼ਰੂਰੀ ਹੈ। देखिए, पहले तो मैं ਜਿਹੜੇ ਐਫਰਟਸ ਹੈ ਫੋਟੋਗ੍ਰਾਫੀ ਸੁਸਾਇਟੀ ਆਫ ਚੰਡੀਗੜ੍ਹ ਦੇ, ਬਹੁਤ ਹੀ ਵਧੀਆ ਐਫਰਟਸ ਹੈ, ਕਿਉਂਕਿ ਇਹ ਜਿੰਨੇ ਵੀ ਪਾਰਟਿਸਿਪੈਂਟਸ ਹੈਗੇ ਆ ਤਾਂ ਇਹਨਾਂ ਦਾ ਇਟਸ देयर ਹੌਬੀ। ਤਾਂ ਹੌਬੀ ਦੇ ਨਾਲ ਕਿਸੇ ਨੇ ਆਪਣੇ ਫੋਟੋਗ੍ਰਾਫੀ ਨੂੰ ਪ੍ਰੋਫੈਸ਼ਨ ਲਿੱਤਾ ਹੈ ਤਾਂ ਉਹ ਸੈਕੰਡਰੀ ਹੈ ਚੀਜ਼। ਬਟ ਪਹਿਲੇ ਇਹਨਾਂ ਦਾ ਪ੍ਰੋਫੈਸ਼ਨ ਜਿਹੜਾ ਇਹ ਡਿਫਰੈਂਟ ਫੀਲਡ ਆਫ ਲਾਈਫ ਤੋਂ ਆਉਂਦੇ ਆ। ਕੋਈ ਡਾਕਟਰ ਹੈ, ਕੋਈ ਆਰਕੀਟੈਕਟ ਹੈਗਾ, ਕੋਈ ਇੰਟੀਰੀਅਰ ਡਿਜ਼ਾਈਨਰ ਹੈ, ਕੋਈ ਅਕੈਡਮਿਸ਼ੀਅਨ ਹੈ। ਤਾਂ ਇਹਨਾਂ ਨੇ ਫੋਟੋਗ੍ਰਾਫੀ ਨੂੰ ਐਜ਼ ਅ ਹੌਬੀ ਲਿੱਤੀ ਹੈ ਔਰ ਇੱਕ ਬਹੁਤ ਵੱਡਾ ਪਲੈਟਫਾਰਮ ਹੈ ਕਿ ਉਹਨਾਂ ਨੇ ਜਿਹੜੀ ਆਪਣੇ ਵਰਕ ਨੂੰ ਡਿਸਪਲੇ ਕੀਤਾ। ਤਾਂ ਇਹਦੇ 'ਚ ਜਿਹੜਾ ਫੋਟੋਗ੍ਰਾਫੀ ਸੁਸਾਇਟੀ ਆਫ ਚੰਡੀਗੜ੍ਹ ਹੈ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਔਰ ਇਹ ਐਗਜ਼ੀਬਿਸ਼ਨ ਉਹਨਾਂ ਦੇ ਕੰਮ ਨੂੰ ਤਾਂ ਜਿਹੜੀ ਦਰਸਾ ਰਹੀ ਹੈ, ਲੇਕਿਨ ਬਾਕੀ ਲੋਕਾਂ ਨੂੰ ਵੀ ਇੱਕ ਬਹੁਤ ਸਟਰੋਂਗ ਮੈਸੇਜ ਦੇ ਰਹੀ ਹੈ ਅਪਾਰਟ ਫਰੋਮ ਉਹਨਾਂ ਦੇ ਵਰਕ ਦੇ ਇਲਾਵਾ। ਕਿਉਂਕਿ ਅਗਰ ਤੁਸੀਂ ਇਹ ਵਰਕ ਦੇਖੋ, ਇਹਦੇ 'ਚ ਬਹੁਤ ਹੀ ਡਿਫਰੈਂਟ ਟਾਈਪ ਦਾ ਵਰਕ ਹੈਗਾ ਹੈ। ਇੰਡੀਆ 'ਚ ਵੀ ਡਿਫਰੈਂਟ ਰੀਜਨ ਦਾ ਉਹਨਾਂ ਨੇ ਕੈਪਚਰ ਕੀਤਾ ਹੈ, ਫੋਰਨ ਦਾ ਵੀ ਕੈਪਚਰ ਕੀਤਾ ਹੈ, ਡਿਫਰੈਂਟ ਲਾਈਫ ਨੂੰ ਕੈਪਚਰ ਕੀਤਾ ਹੈ। ਵਾਈਲਡ ਲਾਈਫ ਹੈ, ਇਨਵਾਇਰਮੈਂਟ ਹੈ, ਲਾਈਫ ਹੈ। ਬਟ ਇਹਦੇ ਇਲਾਵਾ ਇੱਕ ਜਿਹੜਾ ਮੈਸੇਜ ਹੈ ਕਿ ਫੋਟੋਗ੍ਰਾਫੀ ਨੂੰ ਤੁਸੀਂ ਐਜ਼ ਅ ਹੌਬੀ ਵੀ ਪਰਸਿਊ ਕਰ ਸਕਦੇ ਹੋ। ਕਿਉਂਕਿ ਬਹੁਤ ਲੋਕ ਇਸ ਤਰ੍ਹਾਂ ਦੇ ਹੁੰਦੇ ਕਿ ਉਹ ਆਪਣੀ ਲਾਈਫ, ਕਿਉਂਕਿ ਜਿਹੜਾ ਇਟਸ ਜਿਹੜੀ ਸਾਡੀ ਲਾਈਫ ਇੱਕ ਬੜੀ ਮਟੀਰੀਅਲਿਸਟਿਕ ਵਰਲਡ 'ਚ ਅਸੀਂ ਜੀ ਰਹੇ ਹਾਂ। ਤਾਂ ਹਰ ਨੂੰ ਪਹਿਲੇ ਹੁੰਦਾ ਕਿ ਮੈਂ ਕੋਈ ਲਾਈਫ 'ਚ ਅਚੀਵ ਕਰਨਾ, ਤਾਂ ਉਹਦੇ 'ਚ ਕਈ ਵਾਰੀ ਲਾਈਫ ਦੀ ਇੰਪੋਰਟੈਂਟ ਚੀਜ਼ਾਂ ਨੂੰ ਅਸੀਂ ਮਿਸ ਕਰ ਦਿੰਦੇ ਹਾਂ। ਤਾਂ ਇੱਕ ਹੌਬੀ ਵੀ ਬਹੁਤ ਇੱਕ ਇੰਪੋਰਟੈਂਟ ਪਾਰਟ ਹੈ। ਤਾਂ ਕਈ ਵਾਰੀ ਕੋਈ ਬੰਦਾ ਰਿਅਲਾਈਜ਼ ਕਰਦਾ ਕਿ ਮੈਂ 35-40 ਈਅਰਸ ਦਾ ਹੋ ਗਿਆ ਔਰ ਮੈਂ ਲਾਈਫ 'ਚ ਕੋਈ ਵੀ ਹੌਬੀ ਨੂੰ ਪਰਸਿਊ ਨਹੀਂ ਕੀਤਾ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਪਲੈਟਫਾਰਮ ਹੈ ਉਸ ਤਰ੍ਹਾਂ ਦੇ ਲੋਕਾਂ ਨੂੰ ਇੱਕ ਮੋਟੀਵੇਟ ਵੀ ਕਰਦੇ ਆ ਕਿ ਤੁਸੀਂ ਬਈ ਕਿਸੇ ਵੀ ਏਜ 'ਚ ਆਪਣੀ ਹੌਬੀ ਨੂੰ ਇਨਕਲੂਡ ਕਰ ਸਕਦੇ ਹੋ ਆਪਣੀ ਲਾਈਫ 'ਚ। ਔਰ ਇੱਕ ਫੋਟੋਗ੍ਰਾਫੀ ਜਿਹੜੀ ਹੌਬੀ ਹੈ ਉਹ ਈਜ਼ੀ ਵੀ ਹੈਗੀ ਹੈ ਐਂਡ ਉਹ ਤੁਹਾਨੂੰ ਓਪਰਚੁਨਿਟੀ ਦਿੰਦੀ ਹੈ ਟਰੈਵਲ ਕਰਨ ਦਾ, ਲੋਕਾਂ ਦੀ ਲਾਈਫ ਨੂੰ ਕੈਪਚਰ ਕਰਨ ਦਾ, ਸਟੱਡੀ ਕਰਨ ਦਾ। ਤਾਂ ਇੱਕ ਬਹੁਤ ਵਧੀਆ ਐਫਰਟ ਹੈ ਇਹ। ਬਿਲਕੁਲ, ਮਤਲਬ ਬਹੁਤ ਸਾਰੇ ਇੱਥੇ ਜਿਹੜੇ ਮੈਂਬਰਸ ਨੇ ਉਹ ਰਿਟਾਇਰਡ ਨੇ, ਹੈ ਨਾ। ਤਾਂ ਉਹਨਾਂ ਲਈ ਇੱਕ ਫੋਟੋਗ੍ਰਾਫੀ ਜਿਹੜੀ ਉਹਨਾਂ ਲਈ ਇੱਕ ਮਤਲਬ ਇੱਕ ਪੀਸ ਆ ਕਿ ਅਸੀਂ ਇਹ ਕਰਨਾ ਹੈ ਨਾ। ਸੋ ਇੱਕ ਹੋਰ ਚੀਜ਼ ਕਿ ਫੋਟੋ ਮਤਲਬ ਜਿਹੜੀ ਕਈ ਵਾਰੀ ਅਸੀਂ ਜੋ ਗੱਲ ਬੋਲ ਕੇ ਨਹੀਂ ਦੱਸ ਸਕਦੇ ਉਹ ਅਸੀਂ ਇੱਕ ਆਰਟ ਰਾਹੀਂ ਪੇਸ਼ ਕਰਦੇ ਹਾਂ। ਸੋ ਬਹੁਤ ਗੱਲਾਂ ਇਹਨਾਂ 'ਚ ਨੇ। ਸੋ ਤੁਸੀਂ ਕਦੇ ਟਰਾਈ ਕੀਤਾ ਫੋਟੋਗ੍ਰਾਫੀ ਕਰਨ ਦਾ ਜਾਂ ਤੁਹਾਨੂੰ ਇੰਟਰਸਟ? ਹਾਂ, ਮਤਲਬ ਮੈਂ ਕਿਉਂਕਿ ਵੈਸੇ ਮੈਂ ਮਤਲਬ ਜਰਨਲਿਸਟ ਹੈ, ਤਾਂ ਮੈਂ ਸਪੋਰਟਸ ਜਰਨਲਿਸਟ ਹੈ। ਤਾਂ ਅਗਰ ਕੋਈ ਵੀ ਮੈਂ ਸਟੋਰੀ ਕਰ ਰਿਹਾ ਤਾਂ ਉਹਦੇ 'ਚ ਫੋਟੋਗ੍ਰਾਫੀ ਦਾ ਹੋਣਾ ਜਾਂ ਫੋਟੋਗ੍ਰਾਫ ਦਾ ਹੋਣਾ ਬਹੁਤ ਇੰਪੋਰਟੈਂਟ ਹੋ ਜਾਂਦਾ। ਔਰ ਫੋਟੋਗ੍ਰਾਫ ਜਿਹੜੀ ਹੈ ਉਸ ਆਰਟੀਕਲ ਨੂੰ ਇਨਹੈਂਸ ਕਰਦੀ ਹੈ। ਤਾਂ ਇਸ ਲਈ ਉਸ ਵਜ੍ਹਾ ਨਾਲ ਔਰ ਪਲੱਸ ਜਿਹੜੇ ਮੇਰੇ ਕੋਲੀਗਸ ਰਹੇ ਹੈ ਫੋਟੋ ਜਰਨਲਿਸਟ, ਤਾਂ ਉਹਨਾਂ ਦੇ ਥਰੂ ਮੈਨੂੰ ਜਿੰਨਾ ਐਕਸਪੋਜਰ ਮਿਲਦਾ ਰਿਹਾ ਤਾਂ ਮੇਰਾ ਵੀ ਇੰਟਰਸਟ ਹੈ। ਲੇਕਿਨ ਉਹ ਹੌਬੀ ਦੇ ਤਰੀਕੇ ਨਾਲ ਹੀ ਕਹਿ ਸਕਦੇ ਹਾਂ, ਲੇਕਿਨ ਬਹੁਤ ਕੋਈ ਜ਼ਿਆਦਾ ਮੈਂ ਪਰਸਿਊ ਨਹੀਂ ਕੀਤੀ। ਬਟ ਜਿਹੜਾ ਜਦੋਂ ਤੋਂ ਸਮਾਰਟਫੋਨ ਆਏ ਹੈ ਤਾਂ ਹਰ ਜਣਾ ਹੀ ਇੱਕ ਫੋਟੋਗ੍ਰਾਫਰ ਹੈ। ਔਰ ਪਲੱਸ ਕੁਛ ਮੇਰੇ ਜਿਹੜੇ ਕੋਲੀਗਸ ਰਹੇ ਹੈ, ਮੈਂ ਹਿੰਦੁਸਤਾਨ ਟਾਈਮਸ 'ਚ ਰਿਹਾ, ਤਾਂ ਉਹ ਤੇ ਜਿਹੜੇ ਸਾਡੇ ਫੋਟੋ ਜਰਨਲਿਸਟ ਰਹੇ ਹੈ, ਤਾਂ ਉਹਨਾਂ ਨੇ ਥਰੂ ਕੁਝ ਬੇਸਿਕਸ ਚੀਜ਼ਾਂ ਮੈਨੂੰ ਸਿੱਖਣ ਦਾ ਮੌਕਾ ਮਿਲਿਆ। ਕੰਪੋਜੀਸ਼ਨ ਕਿ ਫਰੇਮਿੰਗ ਕੀ ਹੋਣੀ ਚਾਹੀਦੀ ਹੈ, ਤਾਂ ਥੋੜ੍ਹੀ ਬਹੁਤ ਮੈਂ ਵੀ ਕਰ ਲੈਂਦਾ ਹੈ। ਸੋ ਅੱਜ ਦੀ ਐਗਜ਼ੀਬਿਸ਼ਨ 'ਚ ਅਸੀਂ ਬਹੁਤ ਸਾਰੀਆਂ ਨੇਚਰ ਫੋਟੋਗ੍ਰਾਫੀ ਤੇ ਪਿਕਚਰਸ ਦੇਖੀਆਂ। ਸੋ ਇੱਕ ਹੋਰ ਹੈ ਜੋ ਕਿ ਇਸ ਐਗਜ਼ੀਬਿਸ਼ਨ ਦੇ ਪ੍ਰੈਜ਼ੀਡੈਂਟ ਨੇ ਦਿਨੇਸ਼ ਵਰਮਾ, ਉਹਨਾਂ ਨੇ ਕਲਿੱਕ ਕੀਤੀਆਂ ਨੇ। ਸੋ ਸਰ, ਜਿਵੇਂ ਕਿ ਮੈਂ ਹੁਣੇ ਤੁਹਾਨੂੰ ਕਿਹਾ ਕਿ ਮਤਲਬ ਇਹ ਚੀਜ਼ਾਂ ਅਸੀਂ ਦੇਖੀਆਂ ਨੇ ਬਟ ਇਸ ਤਰੀਕੇ ਨਾਲ ਨਹੀਂ ਦੇਖਿਆ ਕਦੇ, ਹੈ ਨਾ। ਤਾਂ ਇਹ ਤੁਸੀਂ ਅੱਜ ਇਹ ਵੀ ਦਿਖਾਤਾ ਕਿ ਫੋਟੋਗ੍ਰਾਫਸ ਕੀ ਇੱਕ ਬੂੰਦ ਜਿਹੜੀ ਆ ਉਹ ਕਿਵੇਂ ਲੱਗਦੀ ਹੈ। ਸੋ ਕਿਵੇਂ ਕਨਸੈਪਟ ਇਹ ਹੈ?
मैं मेरा एक्चुअली ਕੰਮ ਜਿਹੜਾ ਹੈ ਨਾ ਜ਼ਿਆਦਾਤਰ ਮੈਕਰੋ ਤੇ ਮੈਂ ਬਹੁਤ ਸ਼ੌਕ ਨਾਲ ਕਰਦਾ ਤੇ ਮੈਕਰੋ ਦਾ ਫਾਇਦਾ ਇਹੀ ਹੈ ਕਿ ਜੋ ਚੀਜ਼ ਲੋਕਾਂ ਨੇ ਨਹੀਂ ਦੇਖੀ ਹੁੰਦੀ ਨਾ ਉਹ ਤੁਸੀਂ ਦਿਖਾ ਸਕਦੇ ਹੋ ਜਿਸ ਤਰ੍ਹਾਂ ਮਤਲਬ ਇਹਦੇ ਚ ਡ੍ਰੌਪਸ ਦੇ ਵਿੱਚ ਅੱਗੇ ਡ੍ਰੌਪ ਦੇ ਵਿੱਚ ਪਿਛਲਾ ਫੁੱਲ ਜਾਂ ਉਹਦੀ ਪੂਰੀ ਡਿਟੇਲ ਆਉਂਦੀ ਹੈ ਦੁਬਾਰਾ ਤੋਂ ਉਹ ਚੀਜ਼ ਨਾਰਮਲੀ ਆਪਾਂ ਲੋਕ ਨਾਰਮਲ ਲਾਈਫ 'ਚ ਨਹੀਂ ਦੇਖਦੇ ਹੈ ਨਾ ਤਾਂ ਉਹ ਚੀਜ਼ ਮੈਂ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਹੋਰ ਵੀ ਜਿਹੜੇ ਫੁੱਲ ਹੁੰਦੇ ਹੈ ਫੁੱਲਾਂ ਦੀ ਵੀ ਜਿਹੜੀ ਡਿਟੇਲ ਹੈ ਉਹ ਤੁਸੀਂ ਜੇ ਕਦੇ ਕਲੋਜ਼ ਜਾ ਕੇ ਦੇਖੋ ਤਾਂ ਯੂ ਵਿਲ ਇੰਜੋਏ ਇਟ ਅ ਲੋਟ ਬੜੀ ਰੇਅਰ ਚੀਜ਼ਾਂ ਹੁੰਦੀਆਂ ਉਹ ਠੀਕ ਹੈ ਤਾਂ ਉਹ ਆਪਣਾ ਕੋਈ ਦੇਖਦਾ ਨਹੀਂ ਹੈ ਮੈਨੂੰ ਇਹੀ ਰਿਹਾ ਹਮੇਸ਼ਾ ਕਿ ਜੋ ਚੀਜ਼ ਕੋਈ ਨਹੀਂ ਦੇਖ ਰਿਹਾ ਉਹ ਦਿਖਾਈਏ ਤਾਂ ਹਮੇਸ਼ਾ ਉਸੇ ਤੇ ਮੈਂ ਕੰਸੈਂਟਰੇਟ ਜ਼ਿਆਦਾ ਕਰ ਰਿਹਾ ਮੇਰੀ ਪਹਿਲੀ ਐਗਜ਼ੀਬਿਸ਼ਨ ਸੀ ਆਪਣਾ ਦੈਟ ਵਾਜ਼ ਇਨ ਆਈ ਥਿੰਕ 2008 ਔਰ ਸੋ ਉਹ ਫੁੱਲਾਂ ਤੇ ਸੀ ਓਨਲੀ ਫਲਾਵਰਸ ਮੈਕਰੋ ਕਲੋਜ਼ ਅਪਸ ਉਹ ਵੀ ਬਹੁਤ ਐਪਰੀਸ਼ੀਏਟ ਹੋਈ ਸੀ ਕਿਉਂਕਿ ਲੋਕਾਂ ਨੇ ਉਨੀ ਬਾਰੀਕੀ ਨਾਲ ਕਦੇ ਕੋਈ ਚੀਜ਼ ਧਿਆਨ ਨਹੀਂ ਦਿੱਤਾ ਸੀ ਔਰ ਸਾਰੇ ਕਹਿ ਰਹੇ ਸੀ ਕਿ ਥੈਂਕ ਯੂ ਕਿ ਤੁਹਾਨੂੰ ਇਹ ਚੀਜ਼ ਦੇਖਣੀ ਆਏਗੀ ਹੁਣ ਅੱਗੇ ਤੋਂ ਦੇ ਵਿਲ ਸੀ ਐਂਡ ਇੰਜੋਏ ਦਾ ਰੀਅਲ ਬਿਊਟੀ ਸੋ ਫੋਟੋਗ੍ਰਾਫਿਕ ਸੁਸਾਇਟੀ ਦੇ ਪ੍ਰੈਜ਼ੀਡੈਂਟ ਹੋਣਾ ਐਂਡ ਮਤਲਬ ਹਰ ਸਾਲ ਇਹ ਇਵੈਂਟ ਕਰਨਾ ਐਗਜ਼ੀਬਿਸ਼ਨ ਕਰਨਾ ਕਿ ਇਸ ਸੁਸਾਇਟੀ ਦੇ ਜਿੰਨੇ ਵੀ ਮੈਂਬਰਸ ਨੇ ਉਹ ਦੇਖ ਸਕਦੇ ਕਿ ਕਿੰਨਾ ਪੈਸ਼ਨੇਟ ਨੇ ਇਸ ਚੀਜ਼ ਨੂੰ ਲੈ ਕੇ ਹੈ ਨਾ ਸੋ ਇੱਕ ਪਲੇਟਫਾਰਮ ਦੇਣਾ ਤਾਂ ਕਿ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਕਿੰਨਾ ਕੁ ਜ਼ਰੂਰੀ मैम एक तो ऐसे ऑनर टू बी प्रेजिडेंट ऑफ प्रेस्टिजियस सोसाइटी इतने सारे मैंबर ਜਿਹੜੇ हैं वो बहुत अच्छे चलो अपना अपनी लाइफ ਦੇ ਵਿੱਚ ਕਰ ਰਹੇ हैं दे आर डूइंग वेरी वेल बट एक ਜਿਹੜਾ ਪੈਸ਼ਨ ਹੈ ਫੋਟੋਗ੍ਰਾਫੀ ਦਾ ਇਹ ਸਾਨੂੰ ਸਭ ਨੂੰ ਇਕੱਠਾ ਕਰ ਰਿਹਾ ਔਰ सोसाइटी 'ਚ ਅਸੀਂ ਆ ਕੇ ਇੱਕ ਦੂਜੇ ਨਾਲ ਸ਼ੇਅਰ ਕਰਦੇ हैं जो जो अपना काम है शेयर करते हैं टेक्निक शेयर करते हैं जिस तरह मैं मैक्रो ਤੇ मैं ਵਰਕਸ਼ਾਪ ਵੀ ਕੀਤੀ ਸੋਸਾਇਟੀ ਮੈਂਬਰਸ ਵਾਸਤੇ ਤਾਂ ਉਹਨਾਂ ਨੇ ਸਿੱਖ ਕੇ ਸਭ ਨੇ ਟਰਾਈ ਕੀਤਾ ਕਿ ਕਿੱਦਾਂ ਕਰਦੇ ਹੈ ਇਹੀ ਲਰਨਿੰਗ ਪ੍ਰੋਸੈਸ ਹੈ ਇੱਕ ਦੂਜੇ ਤੋਂ ਅਸੀਂ ਸਿੱਖਦੇ ਹਾਂ ਔਰ ਡਿਸਪਲੇ ਕਰਨ ਦਾ ਇੱਕ ਕੰਬਾਈਨ ਕਰਕੇ ਮੌਕਾ ਮਿਲਦਾ ਹੈ ਜੋ ਕਿ ਇੰਡੀਵਿਜੂਅਲੀ ਕਰਨਾ ਇਜ਼ ਅ ਵੈਰੀ ਡਿਫਿਕਲਟ ਜੌਬ ਤਾਂ ਇਕੱਠੇ ਮਿਲ ਕੇ ਅਸੀਂ ਕਰਦੇ ਹਾਂ ਵੀ ਇੰਜੋਏ ਆਲ ਦਿਸ जब भी एग्जीबिशन करते रहे एक सिंगल थीम पे करते रहे एंड एवरीबडी वुड गिव इस टाइम हमने क्या करा है दैट हमने एक सब थीम दे दी है ईच आर्टिस्ट इज़ फ्री उसने कितने फ्रेम्स लगाने हैं किस तरह का काम उसने प्रोजेक्ट करना है और उसकी थीम वो खुद बनाएगा उसकी प्रेजेंटेशन में भी अगर आप देखोगे तो कोई भी चीज़ एक साथ नहीं है हर एक के किसी ने लैंडस्केप दिए हैं किसी ने आपके एब्स्ट्रैक्ट्स दिए हैं किसी ने कुछ काम दिया तो इसी तरह से जो मेरा काम है ये सारा काम मेरा यूरोप में हुआ है एंड इसमें अगर आप पिक्चर्स में देखेंगे तो बहुत अच्छे से सब जने रिफ्लेक्टिव मूड में हैं दीज आर इमोशनल कॉम्पोजिशंस दैट आई से और रिफ्लेक्टिव इन द सेंस दैट कोई भी आप फोटो ले लो ये चार दोस्त बैठ के सोच विचार कर रहे हैं भी क्या करना चाहिए ज़िंदगी कैसे दिस इज़ इन कपरी ये पेरिस में है ये वलेटा इन माल्टा में है ये बुदापेस्ट में भी पूरी सड़क के बीच में अपने डॉग के साथ बैठी कोई इंसान से लेना देना नहीं है तो शी इज़ हैप्पी सो आई क्लिक दिस पिक्चर अब ये देखिए ये चौक में पूरा आदमी बेचारे की गर्लफ्रेंड भाग गई है कि क्या हो गया गॉड ओनली नोज बट वो बेचारा दुखी मन बैठा है और उसमें लग भी ऐसा रहा है देखो जैसे भगवान एक लाइट दे रहा है कोई और ढूंढ लेना किसी और के साथ कुछ मतलब मेरे को ये जो लाइट आ रही थी ना ऐसा लग रहा था जैसे ऊपर से भगवान लाइट दे रहा है इसको भाई अकल में कुछ नहीं लिया सो आई फाइंड एवरीबडी रिफ्लेक्टिव ये पेरिस में ली है ये ला डिफेंस जो जगह है यहाँ पे सैकड़ों लोग रोज़ बैठते हैं वेरी रेयरली यू विल फाइंड ये इतने सारे फ्रेम में कोई और दूसरा जना नहीं बैठा है और उधर बैठा भी है तो ये अपने फ़ोन पे बिज़ी है हर एक में यहाँ पे भी अगर आप देखेंगे दो दो करके लोग आ रहे हैं इन ऑल पिक्चर्स आई ट्राई टू शो दैट हम अपने में ही बिज़ी हैं दुनियादारी से हमें कोई लेना देना नहीं है बट ये सारी पिक्चर्स दुनिया के अलग अलग कोने से हैं एंड दैट इज़ व्हाट आई वांटेड टू शो दैट हम अपने आप में भी बिज़ी रह सकते हैं और सोच सकते हैं और हमें विचारना भी चाहिए दैट हमारी ज़िंदगी कहाँ है और हमने पहुँचना कहाँ है और करना क्या है
ਇਹ ਬੇਸਿਕਲੀ ਤਿੱਬਤੀਅਨ ਰਿਫਿਊਜੀ ਹੈ ਜਿਹੜਾ ਅਸੀਂ ਫੋਟੋ ਖਿੱਚੀ ਸੀ ਮਕਲੋਡਗੰਜ ਵਿੱਚ। ਇਹ ਦੀ ਜਰਨੀ ਹੈ ਕਿ ਬੜੇ ਪ੍ਰੋਸਪਰ ਜਗ੍ਹਾ ਤੋਂ ਆਇਆ, ਵਾਇਲੈਂਸ ਥਰੂ ਦ ਵਾਇਲੈਂਸ, ਫਿਰ ਇੰਡੀਆ ਆ ਕੇ ਰੋਟੀ ਤੇ ਆਪਣੇ ਕੱਪੜੇ ਵਾਸਤੇ ਸਟਰਗਲ ਕਰਦਾ ਰਿਹਾ। ਇਹਨਾਂ ਨੂੰ ਹੋ ਗਏ 60 ਸਾਲ ਹੋ ਗਏ, ਨੈਕਸਟ ਜਨਰੇਸ਼ਨ ਵੀ ਆ ਗਈ ਇਹਨਾਂ ਦੀ। ਸੋ ਇਹ ਮੈਂ ਕੈਪਚਰ, ਮੇਰਾ ਇਹ ਥੀਮ ਸੀਗਾ ਇਹਨਾਂ ਦਾ। ਸਰ ਮੈਂ ਇੱਕ ਸਵਾਲ ਸਾਰਿਆਂ ਨੂੰ ਪੁੱਛਦੀ ਹਾਂ ਕਿ ਤੁਹਾਡੇ ਲਈ ਫੋਟੋਗ੍ਰਾਫੀ ਕੀ ਹੈ? ਫੋਟੋਗ੍ਰਾਫੀ ਇਜ਼ ਐਨ ਆਰਟ। ਮੈਂ ਪੇਂਟਿੰਗਸ ਵੀ ਕਰਦਾ, ਸੋ ਮੀਡੀਅਮ ਮੇਰਾ ਕੁਝ ਹੋਰ ਅਲੱਗ ਦਿਖਾਉਣ ਦਾ ਹੁੰਦਾ ਹੈ। ਹਰਕਤ ਨੋਰਮਲ ਸੀਨਰੀਜ਼ ਵਗੈਰਾ ਮੈਂ ਘੱਟ ਹੀ ਕਰਦਾ, ਸੋ ਹਰਕਤ ਅਲੱਗ ਹੁੰਦਾ ਹੈ। ਸੋ ਇਟ ਇਜ਼ ਅ ਪੈਸ਼ਨ ਐਂਡ ਹੌਬੀ ਫॉर मी। ਦਿਸ ਇਜ਼ ਦੀ ਆਈਡੀਆ ਜਿੱਥੇ ਅਸੀਂ ਵੇਵਸ ਕੈਪਚਰ ਕਰ ਰਹੇ ਹਾਂ। ਜੇ ਤੁਸੀਂ ਮੇਰੀ ਸਾਰੀ ਤਸਵੀਰਾਂ ਦੇਖੋਗੇ, ਇਹਨਾਂ ਦੇ ਵਿੱਚ ਲੇਅਰਸ ਨੇ, ਲੇਅਰਸ, ਐਂਡ ਦਿਸ ਇਜ਼ ਵਾਟ ਆਈ ਹੈਵ ਵਰਕਡ ਔਨ ਟੂ ਸ਼ੋ ਦੀ waves now underwater, same thing, above the sea, same, right? So this was the idea, okay, wherever you go the nature is beautiful, it is lovely, whatever you do, right? So this was the idea. ओके सो आप ये चीज़ मानते हैं कि एक फोटोग्राफर को नेचर मतलब हर टाइम अट्रैक्ट करता है, हर टाइम? जी, नेचर, अभी नेचर ऐसा है ना, कभी भी कैमरा निकालो, किधर को भी करो, you will get a good photograph, right? Just a few techniques and few good knowledge about the camera, you will get a good photograph out of nature. तो आपको कभी ऐसा हुआ है कि जैसे मैं इस चीज को देख रहा हूँ एज इट इज इसको ऐसा कैप्चर कर पाते तो अच्छा? अभी यही शॉट ले लो, I spent about 9 days on this one shot, so 9 days it took to just take one shot, perfect shot. अगर आप देखें तो ये diagonally cover किया, you know, there's some beach kind of thing, rocks, उसका भी येलो ढंग से आए। So it takes a lot of time, it takes a lot of effort. अब ये जो तस्वीर है, I was somewhere about 3000 meter above the sea level, किसी और का ट्रैक कर रहा हूँ, but ये दिख गए, माउंट हुड है ये वॉशिंगटन में। So this was also quite a photograph. I spent about like what 3 times, एक दफ़ा चढ़ते हुए, 2 दफ़ा उतरते हुए, three attempts to take just one shot. ਇਹ ਸਾਰੀ ਪਿਕਚਰਸ ਜਿਹੜੀਆਂ ਨੇ ਹਿਮਾਚਲ ਦੀਆਂ ਹੈਗੀਆਂ, ਜਿਬੀ ਦੀਆਂ ਹੈਗੀਆਂ, ਜਿਹੜਾ ਡਿਸਟ੍ਰਿਕਟ ਕੁੱਲੂ 'ਚ ਹੈਗਾ, ਤੇ ਬੜੀ ਅੱਜ ਕੱਲ੍ਹ ਹੌਟ ਡੈਸਟੀਨੇਸ਼ਨ ਬਣੀ ਹੋਈ ਹੈਗੀ। ਪਰ ਅਸੀਂ ਲੱਕੀ ਸੀਗੇ ਕਿ ਉਸ ਵਕਤ ਨਾ ਜਿਹੜਾ ਹਿਮਾਚਲ 'ਚ ਇੰਨੀ ਜ਼ਿਆਦਾ ਇਸ ਪਿਛਲੇ ਦਿਨਾਂ 'ਚ ਪ੍ਰੋਬਲਮ ਆਈ ਹੈ, ਉਸ ਤੋਂ ਬਿਲਕੁਲ ਅਸੀਂ ਜਸਟ ਨੈਰੋ ਐਸਕੇਪ ਸੀਗਾ। ਉਸ ਤੋਂ 1 ਹਫ਼ਤੇ ਪਹਿਲਾਂ ਦੀਆਂ ਹੀ ਹੈ ਜਾਂ 4-5 ਦਿਨ ਪਹਿਲਾਂ ਦੀਆਂ ਹੈ। ਜਦ ਨੇਚਰ ਸਭ ਕੁਝ ਠੀਕ ਠਾਕ ਹੁੰਦਾ ਹੈ ਤਾਂ ਬਹੁਤ ਸੁੰਦਰ ਲੱਗਦੀ ਹੈ, ਖਾਸ ਕਰਕੇ ਜਿਹੜੇ ਕਲਾਊਡਸ ਹੈਗੇ, ਜਿਹੜੀ ਇਹਨਾਂ ਦੀ ਫੀਲਿੰਗ ਆਉਂਦੀ ਹੈਗੀ ਨਾ, ਜਿਸ ਤੁਸੀਂ ਉਹ ਅਸਲੀ 'ਚ ਕਹਿੰਦੇ ਯੂਰ ਔਨ ਕਲਾਊਡ 9, ਹਾਂ, ਤੇ ਇਹ ਉਹ ਵਾਲੀ ਫੀਲਿੰਗ ਹੈ। ਤਾਂ ਮੈਂ ਇਹੀ ਸਾਰੀ ਇਸ ਪਿਕਚਰਸ ਦਿਖਾਉਣ ਦੀ ਕੋਸ਼ਿਸ਼ ਕਰੀ ਹੈ। ਇਹਦੇ ਵਿੱਚ ਜਿਹੜਾ ਮੇਰਾ ਸਬਜੈਕਟ ਸੀ ਇਹੀ ਸੀਗਾ, ਕਲਾਊਡਸ ਨਾ, ਔਰ ਕਿਸ ਤਰ੍ਹਾਂ ਉੱਠਦੇ ਹੈਗੇ ਔਰ ਸਾਰੇ ਹੀ ਜਿਹੜੇ ਲੈਂਡਸਕੇਪ ਹੈ ਉਹਨੂੰ ਨਾ ਚੇਂਜ ਕਰ ਦਿੰਦੇ ਹੈਗੇ। ਇਸੀ ਨੂੰ ਅਗਰ ਤੁਸੀਂ ਧੁੱਪ 'ਚ ਦੇਖੋਗੇ ਤਾਂ ਫਿਰ ਸ਼ਾਇਦ ਇੰਨੀ ਬਿਊਟੀ ਨਜ਼ਰ ਨਹੀਂ ਆਉਂਦੀ ਜਿੰਨੀ ਕਿ ਇਸ ਵਿੱਚ ਆਉਂਦੀ ਹੈਗੀ। ਔਰ ਮੇਰੀ ਕੋਸ਼ਿਸ਼ ਰਹੀ ਹੈ ਕਿ ਹਰ ਇੱਕ ਵਿੱਚ ਕਿਤੇ ਨਾ ਕੁਛ ਕੋਈ ਉਹਨਾਂ ਦਾ ਜਿਹੜੀ ਲੋਕਲ ਆਰਕੀਟੈਕਚਰ ਹੈ, ਬਿਲਡਿੰਗ ਹੈ, ਉਹ ਵੀ ਡਿਪਿਕਟ ਹੋਏ ਉਹਦੇ ਵਿੱਚ। ਤਾਂ ਮੈਂ ਸਾਰਾ ਇਹਦੇ ਵਿੱਚ ਜਿਹੜਾ ਹੈ ਇਹਨਾਂ ਸਭ 'ਚ ਲਿਆ ਕਿ ਵਿਲੇਜ ਹੈ, ਕੁਛ ਹੈ, ਔਰ ਬੇਸਿਕ ਕਲਾਊਡਸ ਜ਼ਰੂਰ ਹੈਗੇ, ਕਲਾਊਡ ਜ਼ਰੂਰ ਹੈ। ਤਾਂ ਉਹ ਮੈਂ ਕਰਿਆ। ਵੈਸੇ ਮੈਂ ਹਰ ਤਰ੍ਹਾਂ ਦਾ ਕਰਦਾ, ਹਿਮਾਚਲ ਨਾਲ ਮੈਨੂੰ ਜ਼ਿਆਦਾ ਹੈ, ਮਾਊਂਟੇਨਸ ਦਾ ਮੈਂ ਬਹੁਤ ਜ਼ਿਆਦਾ ਫੋਟੋਗ੍ਰਾਫੀ ਕਰ ਰਿਹਾ, ਬਹੁਤ ਦੇਰ ਤੋਂ ਕਰਦਾ ਰਿਹਾ। ਪਰ ਹੁਣ ਮੈਂ ਕੁਛ ਵੀ ਹੋਏ ਜਿਹੜਾ ਵੀ ਆਈ ਨੂੰ ਅੱਛਾ ਲੱਗਦਾ ਹੈਗਾ, ਜਸਟ ਫॉर ਮਾਈ ਓਨ ਹੈਪੀਨੈਸ ਨਾ, ਉਹ ਮੈਂ ਕਲਿੱਕ ਕਰਦਾ, ਚਾਹੇ ਚੰਡੀਗੜ੍ਹ ਦਾ ਸੈਕਟਰ 17 ਹੋਏ, ਕੋਈ ਹੋਏ, ਕਿਉਂਕਿ ਬਹੁਤ ਕੁਛ ਹੈ ਨਾ। ਆਪ ਤੁਹਾਨੂੰ ਅਗਰ ਅੱਛੀ ਫੋਟੋ ਲੈਣੀ ਹੈ, ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਬਹੁਤ ਦੂਰ ਜਾ ਕੇ ਕਿਤੇ ਖਿੱਚਣੀ ਹੈ, ਉਹ ਤੁਹਾਡੇ ਘਰ ਦੇ ਆਸ-ਪਾਸ ਵੀ ਹੁੰਦੀ ਹੈ। ਤਾਂ ਉਸੀ ਦੇ ਨਾਲ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਰਦਾ ਰਹਾਂ। ਸੋ ਜਿਵੇਂ ਤੁਸੀਂ ਇਹ ਕੈਪਸ਼ਨ ਵੀ ਲਿਖਿਆ, ਪਲੇਸ ਵੇਅਰ ਹੈਵਨ ਇਜ਼ ਲਿਟਲ ਕਲੋਜ਼ਰ, ਹੈ ਨਾ। ਸੋ ਐਸੀਆਂ ਬਹੁਤ ਸਾਰੀਆਂ ਜਗ੍ਹਾਵਾਂ ਹੁੰਦੀਆਂ ਨੇ ਜਿੱਥੇ ਅਸੀਂ ਜਾ ਕੇ ਫੀਲ ਕਰਦੇ ਹਾਂ। ਇਸ ਤੋਂ ਇਲਾਵਾ ਤੁਸੀਂ ਕਦੀ ਮਤਲਬ ਉਹ ਚੀਜ਼ਾਂ, ਉਹ ਤਸਵੀਰਾਂ ਅਜੇ ਵੀ ਤੁਹਾਡੇ ਅੰਦਰ ਹੋਣ ਕਿ ਇਹ ਕੁਝ ਸੀਗਾ ਜਿਹੜੀਆਂ ਮੇਰੇ ਦਿਲ ਦੇ ਵੀ ਕਲੋਜ਼?
मैं लद्दाख बहुत ट्रैवल करिਆ मैं 10-11 ਵਾਰ ਲਦਾਖ ਗਿਆ ਪਹਿਲੀ ਵਾਰ ਤਾਂ ਮੈਂ 1993 ਚ ਗਿਆ ਸੀਗਾ ਉਸ ਟਾਈਮ ਤਾਂ ਲਦਾਖ ਬਿਲਕੁਲ ਜਿਹਨੂੰ ਕਹਿੰਦੇ ਨਾ ਬਹੁਤ ਕੁਆਇਟ ਜੀ ਜਗ੍ਹਾ ਹੁੰਦੀ ਸੀ ਕੋਈ ਟੂਰਿਸਟ ਨਹੀਂ ਸੀਗਾ ਕੁਝ ਨਹੀਂ ਸੀਗਾ ਤਾਂ ਉੱਥੇ ਵੀ ਮੈਨੂੰ ਬਹੁਤ ਐਸਾ ਮਤਲਬ ਫੀਲਿੰਗਸ ਆਈ ਹੈ ਕਿ ਜਿਹੜਾ ਕਿ ਲੈਂਡਸਕੇਪ ਜਿਹਨਾਂ ਨੇ ਫੋਟੋ ਖਿੱਚਣੀ ਹੈ ਉਹਨਾਂ ਵਾਸਤੇ ਬਿਲਕੁਲ ਹੀ ਉਹ ਨਾ ਪੈਰਾਡਾਈਜ਼ ਸੀਗਾ ਤਾਂ ਮੈਂ ਉਹ ਵਾਲਾ ਜਿਹੜਾ ਸ਼ੂਟ ਕਰਿਆ ਉਹ ਮੈਨੂੰ ਬਹੁਤ ਅੱਛਾ ਲੱਗਿਆ ਬਾਕੀ ਮੈਂ ਸਿੱਕਿਮ ਵਿੱਚ ਵੀ ਮੈਨੂੰ ਬਹੁਤ ਅੱਛਾ ਲੱਗਿਆ ਸਿੱਕਿਮ ਦਾ ਜਿਹੜਾ ਮੈਂ ਨਾਰਥ ਸਿੱਕਿਮ ਟਰੈਵਲ ਕਰਿਆ ਉਹ ਵੀ ਬਹੁਤ ਅਮੇਜ਼ਿੰਗ ਸੀਗਾ ਔਰ ਖਾਸ ਕਰਕੇ ਜਿਹੜਾ ਮੌਨਸੂਨਸ ਹੈਗੇ ਨਾ ਇਹ ਬੇਸ਼ੱਕ ਬਹੁਤ ਜਿਹੜੇ ਲੋਕਲਸ ਹੁੰਦੇ ਹੈ ਜਾਂ ਕਈ ਵਾਰ ਟਰੈਵਲਰਸ ਵਾਸਤੇ ਬਹੁਤ ਮੁਸ਼ਕਿਲ ਵੀ ਹੁੰਦਾ ਹੈ ਪਰ ਜੋ ਬਿਊਟੀ ਅਸਲੀ ਚ ਆਉਂਦੀ ਹੈਗੀ ਨਾ ਉਹ ਹਮੇਸ਼ਾ ਉਸ ਵਿੱਚ ਆਉਂਦੀ ਹੈਗੀ ਜਾਂ ਫਾਲ ਦੇ ਵਿੱਚ ਆਉਂਦੀ ਹੈਗੀ ਨੋਰਮਲੀ ਟੂਰਿਸਟ ਜਿਸ ਸੀਜ਼ਨ ਜਾਂਦੇ ਹੈਗੇ ਸਮਰਸ ਵੀ ਜਾਂਦੇ ਆ ਉਸ ਟਾਈਮ ਲੀਸਟ ਹੁੰਦਾ ਹੈਗਾ ਦੇਖਿਆ ਜਾਏ ਤਾਂ ਫਾਲ ਹੁੰਦੀ ਹੈ ਔਰ ਜਿਹੜਾ ਸਪਰਿੰਗ ਆਉਂਦਾ ਹੈਗਾ ਮਾਰਚ ਫੈਬਰਰੀ ਦੈਟ ਇਜ਼ ਅਮੇਜ਼ਿੰਗ ਔਰ ਉਹੀ ਜਿਹੜਾ ਸਭ ਤੋਂ ਅੱਛਾ ਲੱਗਦਾ ਹੈਗਾ ਇਹ ਜਿਹੜੀਆਂ ਪਿਕਚਰਸ ਨੇ ਇਹ ਇੱਕ ਜੈਪਨੀਜ਼ ਸਟਾਈਲ ਆਫ ਪੋਇਟਰੀ ਹੁੰਦਾ ਉਹਨੂੰ ਹਾਈਕੂ ਕਹਿੰਦੇ ਆ 3 ਲਾਈਨਸ ਦੀ ਪੋਇਮ ਹੁੰਦੀ ਹੈ ਪੀਟਰ ਮਥਾਈਸਨ ਦੀ ਇੱਕ ਹਾਈਕੂ ਹੈਗੀ ਆ ਮੈਂ ਉਹ ਹਾਈਕੂ ਨੂੰ ਉਹ ਹਿਮਾਲਿਆਜ਼ ਜਿਹੜੇ ਹੈਗੇ ਇਹਨੂੰ ਟਿਬਟਨ ਬਿਲੀਫ ਦੇ ਵਿੱਚ ਕਲਾਊਡ ਟ੍ਰੇਲਸ ਕਹਿੰਦੇ ਨੇ ਤੇ ਉਹ ਕਹਿੰਦਾ ਹੈ ਕਿ ਔਨ ਕਲਾਊਡ ਟ੍ਰੇਲਸ ਆਈ ਗੋ ਅਲੋਨ ਅਮਿਡਸ ਦ ਚੈਂਟਿੰਗ ਮੰਕਸ ਦੇਰ ਇਜ਼ ਅ ਕ੍ਰੋ ਨਾ ਗੱਲ ਇਹ ਹੈਗੀ ਜਿਹੜਾ ਇਹ ਕਾਂ ਹੈਗਾ ਇਹ 9000 ਫੁੱਟ ਦੀ ਬੁਲੰਦੀ ਤੋਂ ਉੱਤੇ ਹੀ ਮਿਲਦਾ ਇਹਦੀ ਦੇਖੋ ਚੁੰਝ ਪੀਲੀ ਹੈ ਇਹਨੂੰ ਯੈਲੋ ਬਿਲਡ ਚੌਫ ਕਹਿੰਦੇ ਨੇ ਇਹਦਾ ਜਿਹੜਾ ਨਾਂ ਹੈਗਾ ਕਾਮਨ ਨੇਮ ਐਂਡ ਦਿਸ ਇਜ਼ ਆਲ ਸਪੀਤੀ ਲਾਹੌਲ ਸਪੀਤੀ ਦਾ ਏਰੀਆ ਹੈਗਾ ਇਹ ਤੇ ਇਟਸ ਆਲ ਇਹ 10000 ਫੁੱਟ ਤੋਂ ਉੱਤੇ ਦੀ ਹਾਈਟ ਆ ਸਾਰੀ ਇਹਦੀ ਤੇ ਉਹਨੂੰ ਮੈਂ ਉਸ ਪੋਇਮ ਨੂੰ ਆਪਣੀਆਂ ਫੋਟੋਆਂ 'ਚ ਟਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਮੰਕਸ ਜਿਹੜੇ ਬੁੱਧਿਸਟ ਮੰਕਸ ਉੱਥੇ ਸਾਰਾ ਬੁੱਧਿਸਟ ਏਰੀਆ ਹੈਗਾ ਤੇ ਉਹਨੂੰ ਮੈਂ ਕੋਸ਼ਿਸ਼ ਕੀਤੀ ਆ ਉਸ ਪੋਇਟਰੀ ਨੂੰ ਉਸ 3 ਲਾਈਨਾਂ ਨੂੰ ਆਪਣੀਆਂ 5 ਫੋਟੋਆਂ ਨਾਲ ਡਿਸਕ੍ਰਾਈਬ ਕਰਨ ਦੀ ਇਹ ਮੇਰਾ ਸਵਾਲ ਵੀ ਸੀਗਾ ਕਿ ਤੁਸੀਂ ਪਹਿਲਾਂ ਪੋਇਟਰੀ ਸੁਣ ਕੇ ਫਿਰ ਇਹ ਕੈਪਚਰ ਕੀਤੀਆਂ ਜਾਂ ਫਿਰ ਪਹਿਲਾਂ ਕੈਪਚਰ ਕੀਤੀਆਂ ਫਿਰ ਤੁਹਾਨੂੰ ਲੱਗਾ ਨਹੀਂ ਮੈਂ ਆਈ ਐਮ ਵੈਰੀ ਫੌਂਡ ਆਫ ਮੋਟਰਸਾਈਕਲਿੰਗ ਤੇ ਮੈਂ ਜੂਨ 'ਚ ਮੋਟਰਸਾਈਕਲ ਤੇ ਸਪੀਤੀ ਗਿਆ ਸੀ ਤੇ ਉੱਥੇ ਮੈਂ ਇਹੀ ਸੋਚ ਰਿਹਾ ਸੀਗਾ ਤੇ ਮੈਂ ਫਿਰ ਇਹ ਫੋਟੋਆਂ ਕਾਫੀ ਸਾਰੀਆਂ ਖਿੱਚੀਆਂ ਪਰ ਮੈਂ ਉਹਦੀ ਚੌਫ ਦੀ ਫੋਟੋ ਸਪੈਸੀਫਿਕਲੀ ਰੁਕ ਕੇ ਖਿੱਚੀ ਤਾਂ ਕਿ ਮੇਰਾ ਇਹ ਸੀਕੁਐਂਸ ਕੰਪਲੀਟ ਹੋ ਜਾਏ ਇਹਦੀ ਛੋਟੀ ਜੀ ਬੜੀ ਸਵੀਟ सी कहानी है बस दैट लाइफ हम इतनी हसल बसल में रहते हैं दैट वी फॉरगेट टू एंजॉय लाइफ that's why the title as well says life is beautiful cherish it it's day morning sunrise sada sukhna lake te and this is even at old age even at you should cherish life it's a beautiful life and you should cherish it it's just a small message that we in our hustle bustle forget to enjoy our own life so we should cherish whatever we have जब पिक्चर्स क्लिक करते हैं ऑब्वियसली बहुत सारी पिक्चर्स होती हैं तो बेस्ट वन कैसे चूज करते हैं आप That's a very very difficult thing to do I can say because हमारा perspective कुछ और होता है we are a complete society and we do have a screening committee as well so उनका perspective एक अलग होता है हम अपनी themes अपने हिसाब से उनको भेजते हैं and then if they like it they print it out तो मेरा मैसेज एक सिंपल यही था कि वी जस्ट एवरी टाइम वी आर कि ये हो गया यार ये हो गया एंड ऑल द टाइम इवन इन न्यूज़ दैट नेगेटिविटी एंड ऑल बट इट्स सिंपल इफ यू जस्ट स्माइल you cherish it you should enjoy it as compared to nature so I start with the blue hour prelude it's AM and then through the afternoon humans again busy against nature dusk where people again busy and then sunset and then twilight so basically nature is permanent and humans are just temporary like a time travel yes, so it's like a time travel from AM to sunset so what do you think कि एक मेटाफर जो यूज होता है फोटोग्राफी में एक मेटाफर है ना वो फोटोग्राफर के मन में shifting silhouettes against the cosmic stage So, ये
कैसे मतलब अपील जब आप फोटो क्लिक करते हैं ऑब्वियसली इट्स वेरी डिफिकल्ट टू चूज अ बेस्ट वन फ्रॉम इट, सो ये जब क्लिक होती हैं तब उसको चूज करना कितना डिफिकल्ट? So random choose ऐसे नहीं कर पाते. When you're traveling, when you're walking, you just suddenly see an image that fits your, you know, ego and all of this is going on, लड़ाइयाँ. So I feel humans को थोड़ा सा humility, थोड़ा पता चलना चाहिए कि they are only temporary, आते जाते. ਸੋ ਅੱਜ ਦੇ ਸਮੇਂ 'ਚ ਫੋਨ ਸਭ ਤੋਂ ਜ਼ਰੂਰੀ ਹਰ ਇੱਕ ਦੇ ਹੱਥ 'ਚ ਹੁੰਦਾ ਹੈ. ਸੋ ਜਿਹੜੀਆਂ ਮੈਂ ਫੋਟੋਗ੍ਰਾਫਸ ਦੇਖੀਆਂ ਨੇ ਮੈਨੂੰ ਤਾਂ ਇਹਨੂੰ ਦੇਖ ਕੇ ਇਦਾਂ ਹੀ ਲੱਗ ਰਿਹਾ ਹੈ ਕਿ ਐਵਰੀਬਾਡੀ ਇਜ਼ ਇਨ देयर ਫੋਨਸ. ਸੋ ਪਰ ਜਿਨ੍ਹਾਂ ਨੇ ਇਹ ਕਲਿੱਕ ਕੀਤੀਆਂ ਨੇ, ਜਿਨ੍ਹਾਂ ਨੇ ਕੈਪਚਰ ਕੀਤੀਆਂ ਨੇ ਮੂਮੈਂਟਸ, ਉਹਨਾਂ ਤੋਂ ਉਹ ਚੰਗੀ ਤਰ੍ਹਾਂ ਦੱਸ ਸਕਦੇ ਨੇ ਕਿ ਕੀ ਸੀਗਾ ਇਸ ਦੇ ਪਿੱਛੇ, ਕੀ ਕਹਾਣੀ ਸੀਗੀ. ਸੋ ਮੈਮ ਤੋਂ ਪੁੱਛਦੇ ਹਾਂ ਕਿ ਮੈਮ ਇਹ ਫੋਟੋਗ੍ਰਾਫਸ ਦੇ ਪਿੱਛੇ ਕੀ ਕਹਾਣੀ ਹੈ? ਸੋ ਬਿਲਕੁਲ ਸਹੀ ਤੁਸੀਂ ਰੀਡ ਕੀਤਾ ਹੈ ਐਂਡ ਇਟਸ ਆਲਸੋ ਐਨ ਓਪਰਚੁਨਿਟੀ ਕਿ ਜਿਹੜਾ ਵੀ ਕੋਈ ਦੇਖਦਾ ਹੈ ਉਹ ਰਿਫਲੈਕਟ ਕਰੇ ਕਿ ਕੀ ਮੈਂ ਐਕਚੁਅਲੀ ਇੰਜ ਕਰਦਾ. ਸੋ ਇਟਸ ਯੂ نو ਵੀ ਕਾਲ ਇਟ ਐਜ਼ ਦ ਫਬਿੰਗ that you are there with the person like you're saying but you are not with them. So the fubbing pandemic, especially after the pandemic, but before that also, is it the new norm? And ਤੁਹਾਡੀ ਕਿੰਨੀ closeness ਹੁੰਦੀ ਹੈ, what connections you have, what conversations ਕੀ ਗੱਲਬਾਤ ਕਰਦੇ ਹੋ in this world, you know, in this digital world. So it's also an insight into human behavior and also reflection about where we are. So ਇਹ ਤੁਸੀਂ ਦੇਖ ਲਓ and all age groups. So ਇਹ ਛੋਟਾ ਬੱਚਾ ਹੈਗਾ, right, and here you have that old man. So and all genders, you know, age group, all of them and busy. So it's surroundings which they are quite oblivious. Such beautiful surroundings ਤੁਸੀਂ ਦੇਖ ਰਹੇ ਹੋ. But they are also engrossed. Of course, this is capturing. So ਉਹ ਵੀ ਤੁਹਾਡੇ ਹੋ ਜਾਂਦਾ ਹੈ ਕਿ ਅੱਛਾ photographs ਨਾਲ capture ਵੀ ਕਰਦੇ ਹੋ. But when you're alone or with your ਦੂਜਿਆਂ ਨਾਲ ਵੀ ਹੋ, then also you're busy with that part. So it's a reflection on that. And as a psychologist, because I'm a psychologist, so you look at that part, how technology and the digital world is influencing us. ਪਹਿਲਾਂ ਤਾਂ ਇਹ ਵੀ ਸਵਾਲ ਹੈ ਕਿ ਇਹ ਆਈਡੀਆ ਕਿਵੇਂ ਆਇਆ ਕਿ ਇਸ ਵਾਰ ਇਹ ਚੀਜ਼ਾਂ ਕੈਪਚਰ ਕਰਨੀਆਂ ਨੇ? ਐਂਡ ਜਿਵੇਂ ਤੁਸੀਂ ਕਿਹਾ ਕਿ ਸਾਈਕੋਲੋਜਿਸਟ, ਸੋ ਹਿਊਮਨ ਸਾਈਕੋਲੋਜੀ ਨੂੰ ਵੀ Subconscious level, you know, you are looking at that. So जब होया कि okay, you have the free, like we were all given कि you have the freedom. So landscapes में कई बारी कीते हैं, and it's also a challenge to me because I used to get conscious clicking people. So then I kind of challenged myself, no, you know, this is something that you're observing. Because as a psychologist, मैं सवाल पूछ सकती हूँ उन्होंने, but this is a story within a story. ਸੋ ਆਰਟ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ. ਜਿਵੇਂ ਕਿ ਤੁਸੀਂ ਮੇਰੇ ਪਿੱਛੇ ਪਿਕਚਰਸ ਜਿਹੜੀਆਂ ਦੇਖ ਰਹੇ ਹੋ, ਇਹ ਪਹਿਲਾਂ ਤਾਂ ਇਹੀ ਇੱਕ ਆਰਟ ਹੈ ਜਿਹੜੀਆਂ ਇਹ ਕੈਪਚਰ ਹੋਈਆਂ ਨੇ, ਤੇ ਦੂਜਾ ਇਹਨਾਂ ਦੇ ਵਿੱਚ ਵੀ ਇੱਕ ਆਰਟ ਹੈ. ਉਹ ਸਰ ਨੂੰ ਸਭ ਤੋਂ ਸਮਝਦੇ ਆ ਜਿਨ੍ਹਾਂ ਨੇ ਇਹ ਆਰਟ ਜਿਹੜਾ ਇਹ ਕੈਪਚਰ ਕੀਤਾ ਹੈ. ਸੋ ਸਰ, ਜਿਵੇਂ ਕਿ ਮੈਂ ਕਿਹਾ ਕਿ ਇਟਸ ਲਾਈਕ ਅ ਗਲਿੰਪਸ ਆਫ ਆਰਟ ਵਿਦਿਨ ਦ ਆਰਟ. ਸੋ ਇਹ ਮਤਲਬ ਕਿਵੇਂ ਤੁਹਾਨੂੰ ਇੰਟਰੈਕਟ ਕੀਤਾ ਐਂਡ ਹਾਊ ਯੂ ਡਿਸਾਈਡਡ ਕਿ ਮੈਂ ਇਹ ਇਸ ਵਾਰ ਆਰਟ ਨੂੰ ਹੀ ਆਰਟ ਦੇ ਵਿੱਚ? See, mostly ਤਾਂ ਮੈਂ ਨਾ candid photography ਜ਼ਿਆਦਾ ਕਰਦਾ and try to capture emotions of people at work, people at play, yeah, you know, ਕਿਸੇ ਵੀ situations, human emotions. My photography is all about human emotions. So ਜੇ ਤੁਸੀਂ ਮਤਲਬ landscape ਜੇ ਖਿੱਚਣਾ ਹੈਗਾ, so unless there is a subject there and something adding value to that picture, ਮੈਂ ਉਹ shot ਨਹੀਂ ਲਾਂਗਾ. So this is an extension ਤੁਸੀਂ ਕਹਿ ਲਓ ਕਿ ਵੀ ਇਹ candid photography ਦੀ ਹੈਗੀ ਹੈ. Plus dance is a very beautiful form of art because ਇਸ 'ਚ ਸੁੰਦਰਤਾ ਅਲੱਗ ਕਿਸਮ ਦੀ ਹੈ. It's not only grace, it shows our Indian culture. ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ. And ਤੁਸੀਂ ਜੇ you see all these photographs, it's the form, the grace, the fluidity of movement. है ना, in various situations as per the story of the dance वो capture करने ਦੀ कोशिश की गई है. And to me this is my contribution to the Indian culture to capture this. Otherwise ये हैगा मतलब if you don't show it to rest of the world, एक जरा captive audience है जब dance हो रहा है वो अलग है, but capturing this for posterity and showing it to people at large, that is my humble little contribution to this. So ये purpose है. These are 3 different shows. Dr. Samira Kochar ne Prachin Kala Mandir, she is founder of that, and Kathakali ਉਹ ਸਿਖਾਉਂਦੇ. So ਉਹਨਾਂ ਦੇ ਇਹ ਡਾਂਸਸ ਜਿਹੜੇ ਉਹਨਾਂ ਦੇ ਆਰਗੇਨਾਈਜ਼ ਕੀਤੇ ਨੇ over a period of 6-7 months, the 3 different ones ਜਿਹੜੇ ਮੈਂ ਦਰਸਾਏ ਹੈ ਇੱਥੇ.
ਉਹ 'ਚ ਇੱਕ ਹੈਗਾ ਤੁਹਾਡਾ ਦ ਡਿਸੈਂਟ ਆਫ ਗੰਗਾ, ਕਿ ਗੰਗਾ ਕਿਸ ਤਰ੍ਹਾਂ ਪ੍ਰithvi ਤੇ ਆਏ ਸੀਗੇ, ਇੱਕ ਉਹ ਸ਼ਿਵ ਜੀ ਦਾ ਉਹਨਾਂ ਦੇ ਨਾਲ ਦੈਟ ਇਜ਼ ਕਨੈਕਟਡ। ਬਾਕੀ ਜਿਹੜੇ ਹੈਗੇ ਨੇ ਅਮੰਗਸਟ ਅਦਰ ਥੀਸ ਆਰ immediately post this Palestine crisis. So after that she tried to show through a dance drama and appeal for world peace. So that show was called Vishwanath. So ਉੱਥੇ ਉਹਨਾਂ ਨੇ dancers ਬੁਲਾਏ ਸੀਗੇ from various countries. She is from Spain, ਉਹ ਕਜ਼ਾਕਿਸਤਾਨ ਦੇ ਨੇ, that gentleman is from Kenya. So a collective ਉਹਨਾਂ ਦੀ performance ਕਰਕੇ to promote world peace in a way. My job is to capture expressions, ਬਸ ਉਹ ਮੈਂ ਕੀਤਾ ਹੈ। ਸੋ ਹੁਣ ਮੇਰੇ ਨਾਲ ਨੇ ਖੁਸ਼ਜੀਤ ਸਿੰਘ, ਜਿਨ੍ਹਾਂ ਨੇ ਜੈਸਲਮੇਰ ਦਾ ਨਜ਼ਾਰਾ ਜਿਹੜਾ ਆਪਣੀਆਂ ਤਸਵੀਰਾਂ 'ਚ ਕੈਪਚਰ ਕੀਤਾ ਹੈ। ਪਹਿਲਾਂ ਤਾਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਕਿ ਸਰ ਜੈਸਲਮੇਰ ਦਾ ਜਿਹੜਾ ਇਹ ਨਜ਼ਾਰਾ ਹੈ ਇਹ ਕੈਪਚਰ ਕੀਤਾ, ਨਾਲ ਤੁਸੀਂ ਪੀਕੌਕ ਨੂੰ ਕੈਪਚਰ ਕੀਤਾ, ਮਤਲਬ ਇਹ ਕਿਵੇਂ ਤੁਹਾਨੂੰ ਅਟਰੈਕਟ ਕੀਤਾ, ਕਿਵੇਂ? ਇਹ ਜਿਹੜੇ ਤੁਸੀਂ ਮੋਰ ਦੇਖ ਰਹੇ ਹੋ, ਇਹ ਮੋਰ ਵੀ ਜੈਸਲਮੇਰ ਦੇ ਹੀ ਨੇ। ਨਾਰਮਲੀ ਅਸੀਂ ਸੋਚਦੇ ਕਿ ਮੋਰ ਜੰਗਲ ਹੀ ਦਿਖਣਗੇ, ਹਰਿਆਲੀ ਦਿਖਣਗੇ, ਪਰ ਇਹ ਡੈਜ਼ਰਟ ਦੇ ਵਿੱਚ ਮੋਰ ਸਾਰੇ ਉੱਥੇ ਦਿਖੇ ਨੇ ਮੈਨੂੰ। ਤੇ ਉਹ ਵੀ ਜਿਹੜੀ ਜਗ੍ਹਾ ਤੇ ਜਿੱਥੇ ਕਿ ਕੋਈ ਖੰਡਰਾਤ ਸਨ, ਤੇ ਖੰਡਰਾਤ ਹੈਗੇ ਤੇ ਉਹ ਵੀ ਮੇਨ ਟਾਊਨ ਤੋਂ ਕਾਫੀ ਜਗ੍ਹਾ ਦੂਰ ਹੈਗੀ ਹੈ, ਆਲਮੋਸਟ 30-40 ਕਿਲੋਮੀਟਰ ਦੂਰ ਹੈਗੀ ਹੈ। ਉੱਥੇ ਖੰਡਰ ਹੈਗੇ ਨੇ, ਉਹ ਖੰਡਰ ਦੇਖਣ ਗਏ ਸੀ, ਮੋਰ ਦਿਖੇ ਸਾਨੂੰ ਉੱਥੇ। ਤੇ ਉਹ ਮੋਰਾਂ ਦੀ ਇਹ ਫਲਾਈਟ ਹੈਗੀ ਹੈ, ਮੋਰ ਉੱਥੇ ਉੜਿਆ, ਉੱਥੋਂ ਉੜ ਕੇ ਪੂਰਾ ਇੱਥੇ ਆ ਕੇ ਬੈਠ ਗਿਆ। ਪੂਰੀ ਮੋਰ ਦੀ ਫਲਾਈਟ ਹੈਗੀ ਹੈ, ਇੱਕੋ ਸੀਕੁਐਂਸ ਹੀ ਸ਼ਾਟ ਲਈ ਪੂਰੇ। ਔਰ ਇਹ ਜਿਹੜਾ ਕਿਲਾ ਹੈਗਾ, ਇਹ ਕਹਿੰਦੇ ਇੱਕੋ ਇੱਕ ਕਿਲਾ ਹੈ ਦੁਨੀਆ ਦੇ ਵਿੱਚ ਜਿਹਦੇ ਕਿ ਪੂਰਾ ਹਾਲੀ ਵੀ ਆਬਾਦੀ ਹੈ। ਇਸ ਕਿਲੇ ਦੇ ਵਿੱਚ ਪੂਰਾ ਸ਼ਹਿਰ ਵਸਿਆ ਹੋਇਆ ਹੈ ਕਿਲੇ ਦੇ ਅੰਦਰ। ਇਹ ਤਸਵੀਰ ਮੈਨੂੰ ਲੱਗਦਾ ਜਿਹੜੀ ਜੈਸਲਮੇਰ ਤੇ ਹੈ ਹੀ, ਬਟ ਇੱਕ ਭਾਰਤ ਦਾ ਜਿਹੜਾ ਇਤਿਹਾਸ ਹੈ, ਜਿਹੜੀ ਉਹ ਵਿਰਾਸਤ ਹੈ, ਉਹਨੂੰ ਵੀ ਪੇਸ਼ ਕਰਦੀ ਹੈ। ਸੋ ਇਹ ਉਹਨਾਂ ਚੀਜ਼ਾਂ ਨੂੰ ਕੈਪਚਰ ਕਰਨਾ ਜਿਹੜੀਆਂ ਇੱਕ ਵਿਰਾਸਤ ਪੇਸ਼ ਕਰਦੀਆਂ ਨੇ, ਉਹ ਕਿੰਨਾ ਔਰ ਇਹ ਫੇਮਸ ਇੱਥੇ ਦਾ ਕੀ ਹੈ? ਪੱਥਰ, ਪੀਲਾ ਪੱਥਰ। ਜੈਸਲਮੇਰ ਇਜ਼ ਨੋਨ ਫॉर ਯੈਲੋ ਸਟੋਨ। ਤੇ ਉਹ ਸਾਰਾ ਕਿਲਾ ਬਣਿਆ ਸੀ, ਨਾਲ ਦੇਖੋ ਤੁਸੀਂ ਜਿਹੜੇ ਮਕਾਨ ਬਾਹਰ ਬਣੇ ਨੇ ਉਹਨਾਂ 'ਚ ਸਾਰੇ ਪੱਥਰ ਦਾ ਹੀ ਇਸਤੇਮਾਲ ਹੈਗਾ। ਤੇ ਇਹ ਬੜਾ ਪੁਰਾਣਾ ਕਿਲਾ, ਪਤਾ ਨਹੀਂ ਕਿੰਨੇ ਸਾਲ ਪੁਰਾਣਾ ਹੈ। ਤੁਸੀਂ ਆਪਣੇ ਸ਼ਬਦਾਂ 'ਚ ਆਪਣੇ ਲਈ ਫੋਟੋਗ੍ਰਾਫੀ ਨੂੰ ਕਿਵੇਂ ਡਿਸਕ੍ਰਾਈਬ ਕਰਦੇ? ਮੇਰਾ ਹੁਣ ਐਕਚੁਅਲੀ ਮੈਂ ਫੋਟੋਗ੍ਰਾਫੀ ਬੜੀ ਕੀਤੀ ਹੈ, ਵਰਸਟਾਈਲ ਮੀਨਸ ਹਰ ਕਿਸਮ ਦੀ ਕੀਤੀ ਹੈ। ਮੈਕਰੋ ਕੀਤੀ ਹੈ, ਲੈਂਡਸਕੇਪ ਕੀਤੀ ਹੈ, ਵਾਈਲਡ ਲਾਈਫ ਕੀਤੀ ਹੈ, ਬਰਡਸ ਕੀਤੀ ਹੈ, ਫਿਰ ਵਾਟਰ ਡ੍ਰੌਪ ਕੀਤੀ ਹੈ। ਤੇ ਹੁਣ ਮੈਨੂੰ ਜਿਹੜਾ ਨਾ ਫੋਕਸ ਸਿਰਫ ਦੋ ਤੇ ਰੱਖਿਆ ਮੈਂ, ਇੱਕ ਲੈਂਡਸਕੇਪ ਤੇ ਇੱਕ ਵਾਈਲਡ ਲਾਈਫ, ਕਿਉਂਕਿ ਮੈਨੂੰ ਵਾਈਲਡ ਲਾਈਫ ਵਿੱਚ ਇੱਕ ਐਡਵੈਂਚਰ ਦਿਖਦੀ ਹੈ। ਜਿਸ ਮੈਂ ਸਪੈਸ਼ਲੀ ਜਾਣਾ ਮੈਂ ਕਈ ਵਾਰ ਰਣਥੰਭੌਰ ਟਾਈਗਰ ਦੀ ਸ਼ੂਟਿੰਗ ਵਾਸਤੇ, ਉਹ ਇੱਕ ਲਾਈਫ ਮਜ਼ਾ ਆਉਂਦਾ ਉਹਦੇ ਕਿ ਇੱਕ ਲਾਈਫ ਤੁਸੀਂ ਖਿੱਚਣਾ ਟਾਈਗਰ ਨੂੰ, ਉਹ ਮਜ਼ਾ ਉਸ ਅਲੱਗ ਹੀ ਹੈ। ਫਿਰ ਲੈਂਡਸਕੇਪ, ਐਸੀ ਲੈਂਡਸਕੇਪ ਲੱਭਣੀ ਹੈ ਜਿੱਥੇ ਕਿ ਲੋਕ ਗਏ ਨਾ ਹੋਣ, ਲੋਕਾਂ ਨੇ ਦੇਖੀ ਨਾ ਹੋਵੇ, ਤੇ ਉਹ ਫਿਰ ਲੈਂਡਸਕੇਪ ਦਾ ਮਜ਼ਾ ਆਉਂਦਾ। ਜਿਸ ਤਰ੍ਹਾਂ ਕਿ ਚਲੇ ਗਏ ਆਈਸਲੈਂਡ ਚਲੇ ਗਏ ਜਾਂ ਕਿਸੇ ਹੋਰ ਚਲੇ ਗਏ, ऐसी जगह जिसे कि आम लोग पहुंच नहीं सकते, उन्होंने फोटो के जरिए फिर उन्होंने दिखाना भी आ देखो कैसी कैसी सीन्स है ने। या रॉकी माउंटेन्स चले गए अल्बर्टा विच, वो मतलब गजब दी फोटोग्राफ्स तो आंदियां ने। फिर दिस टाइप ऑफ फोटोग्राफी एक्चुअली आजकल इसको डिजिटल आर्ट भी बोलते हैं। वैसे इसका जो पुराना सरियल फोटोग्राफी थी, जब हमारे पास फोटोशॉप नहीं था तब भी ये फोटोग्राफी होती थी। तो बेसिकली यू कलेक्ट एलिमेंट्स एंड मेक योर ओन स्टोरी। सो my choice for these type of pictures, like जैसे हम कहते हैं ना, सच इज ऑलवेज न्यूड, है ना। जो ब्यूटी है दैट इज लाइक हमारे टैबू है सोसाइटी में, न्यूडिटी इज बैड, है ना। तो न्यूडिटी इन फॉर्म ऑफ आर्ट ये बहुत सालों से चल रहा है, बहुत पहले से। अगर आप रोम में जाएं, इटली में जाएं, पुरानी पिक्चर्स देखें, इवन खजुराहो में देखें, तो एक बहुत ही वल्गैरिटी और एक न्यूडिटी में एक बाल का डिफरेंस है। तो here you will not find these pictures nude, you will find things interesting. तो I merge these pictures with the, जब ये पेड़ों में पत्ते नहीं होते, पतझड़ का मौसम होता है, तब ये पेड़ खींचे हुए हैं सारे, और ये सब लेक के पीछे खींचे हुए हैं। तो इन पिक्चर्स को मैंने मर्ज किया है वुमेन बॉडी के साथ। दैट इज द कॉन्सेप्ट।
अगर मतलब इसमें से एक पिक्चर आपको डिस्क्राइब करनी हो तो मतलब उसको कैसे थीम है ये सबका एक ही है। ये थीम मेरे दिमाग में था, तो जब मुझे यहाँ पे पिक्चर्स डिस्प्ले करनी थी तो एक स्टोरी बननी चाहिए थी, तो ये सारी एक ही थीम की पिक्चर्स हैं। तो बेसिकली एक ही टेक्निक यूज हुई है इसमें, है ना। तो इसमें देखो जैसे ये पिक्चर ब्लैक एंड वाइट है, इसमें कलर्ड बैकग्राउंड लगाई है मैंने, जो कलर्ड पिक्चर्स हैं उनमें ब्लैक एंड वाइट बैकग्राउंड लगाई है। तो और दूसरा ये बड़ा फ्रेम आपने ऐसा नहीं देखा होगा, ये पार्ट ऑफ द पिक्चर ही फ्रेम है, यही ट्रीज सारे आगे मर्ज कर रहे हैं। तो ये भी एक नई चीज, अलग बॉर्डर नहीं लगाई, ये कॉन्सेप्ट ही इस तरह से बना है। तो इट्स एन आर्ट। तो ये आप कह लो आई इंट्रोड्यूस माई सेल्फ एज अ फाइन आर्ट फोटोग्राफर। तो इट्स अ काइंड ऑफ अ फाइन आर्ट फोटोग्राफी। The other photography you are seeing here are most of the record photography. जैसे लैंडस्केप खींच लिया आपने, है ना। This is a little different concept, but it's not new. जैसे आपने कहा कि एक टैबू मतलब सोसाइटी में है, सो इस टॉपिक को चूज करना मतलब वो एक चैलेंज था। बहुत लोग ये टॉपिक चूज करना चाहते हैं पर उनमें हिम्मत नहीं है। ये है, और you will be surprised, all the models are my friends. तो and if models feel that this person is artist, है ना, they are ready to be your model. हाँ, तो ऐसा नहीं है कि लोग नहीं करना चाहते। देखिए आपको पता है कि सच बोलना बहुत मुश्किल है, झूठ बोलना बहुत आसान है। और झूठ के कोई कपड़े नहीं होते, सच में झूठ तो आपको पता ही है कपड़ों से भरा पड़ा है, और सच इज न्यूड। हाँ जी, ये बेसिकली फोटोग्राफी एज ए आर्ट फॉर्म है। वी आर कंपीटिंग, फोटोग्राफी इज कंपीटिंग विद स्कल्पचर, पेंटिंग एटसेट्रा, बाकी जो ब्रांचेस ਆਰਟਸ ਦੀਆਂ ਉਹਨਾਂ ਨਾਲ ਕੰਪੀਟ ਕਰ ਰਹੇ ਹਾਂ ਅਸੀਂ। ਮਤਲਬ ਕਿਉਂ ਫੋਟੋਗ੍ਰਾਫੀ ਨੂੰ ਸਮਟਾਈਮਸ ਮਤਲਬ ਬਾਕੀ ਪ੍ਰੋਫੈਸ਼ਨਲਸ ਆ ਉਹ ਇੰਨਾ ਉਸ ਲੈਵਲ ਦਾ ਨਹੀਂ ਸਮਝਦੇ ਸੀਗੇ ਐਜ ਏ ਆਰਟ ਫਾਰਮ। ਤਾਂ ਇਹ ਮੇਰਾ ਪਿਓਰਲੀ ਵਰਕ ਜਿਹੜਾ ਉਹ ਆਰਟ ਫਾਰਮ ਤੇ ਆ। ਇਹ नेचर ਦੀ ਆਰਟ ਫਾਰਮ ਨੂੰ ਮੈਂ ਡਿਪੈਕਟ ਕੀਤਾ। ਸਾਰੇ ਤੁਸੀਂ ਡਿਫਰੈਂਟ ਮਤਲਬ ਫੋਟੋਗ੍ਰਾਫਸ ਪੀਸਿਸ ਦੇਖ ਰਹੇ ਹੋਗੇ। ਇਹ ਵੇਰੀ ਡੈਮਿਲ ਬਿਟਵੀਨ ਦਾ ਲਾਈਨਸ ਵੈਸੇ ਵੀ ਇੱਕ ਈਡੀਅਮ ਹੈ, ਮਤਲਬ ਯੂ ਆਰ ਕੰਸਨਟਰੇਟਿੰਗ ਔਨ ਸਮਥਿੰਗ ਲਾਈਕ ਦੈਟ। ਤਾਂ ਇਹ ਲਾਈਨਸ ਨੂੰ ਦੋਨਾਂ ਨੂੰ ਇੱਕ ਫਿਜ਼ੀਕਲ ਰੂਪ ਤਾਂ ਇੱਕ ਉਹਦਾ ਮਤਲਬ ਸਪਿਰਿਚੁਅਲ ਦੋਨਾਂ ਨੂੰ ਕਲੱਬ ਕਰਕੇ ਮੇਰਾ ਥੀਮ ਬਣਿਆ। ਤਾਂ ਉਹਦੇ ਕਰਕੇ ਵੇਰੀਡ ਹੈ, ਮਤਲਬ ਕੋਈ ਤੁਹਾਨੂੰ ਸਟੈਮ ਦੀ ਮਿਲੇਗੀ, ਕੋਈ ਵਾਟਰ 'ਚ ਰਿਫਲੈਕਸ਼ਨ ਦੀ ਮਿਲੇਗੀ, ਕੋਈ ਪਾਣੀ ਨਿਕਲ ਗਿਆ ਤਾਂ ਉਹਦੇ ਬਾਅਦ 'ਚ ਜੋ ਬਚਿਆ ਹੋਇਆ ਹੁੰਦਾ ਹੈ ਉਹਦੀ ਮਿਲੇਗੀ। ਇਸ ਤਰ੍ਹਾਂ ਵੇਰੀਡ ਟਰੀਜ਼ ਦੀਆਂ ਮਿਲਣਗੀਆਂ ਨੇਚਰ ਨੂੰ, ਕਿਉਂਕਿ ਨੇਚਰ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਨੇਚਰ ਹੀ ਤੁਹਾਨੂੰ ਸਿਖਾਉਂਦੀ ਆ, ਨੇਚਰ ਹੀ ਤੁਹਾਨੂੰ ਆਲਵੇਜ਼ ਡਾਇਰੈਕਸ਼ਨ ਦਿੰਦੀ ਆ ਵੀ ਤੁਸੀਂ ਕਿਸ ਡਾਇਰੈਕਸ਼ਨ ਨੂੰ ਜਾਣਾ ਚਾਹੀਦਾ। ਉਹ ਇਨਸਾਨ 'ਤੇ ਆ ਉਹ ਕਿੰਨੀ ਛੇਤੀ ਸਮਝਦਾ ਕਿ ਨਹੀਂ ਸਮਝਦਾ, ਕਿਉਂਕਿ ਨੇਚਰ ਨੂੰ ਅਸੀਂ ਜਿੱਤ ਨਹੀਂ ਸਕਦੇ। ਅਸੀਂ ਕਈ ਵਾਰੀ ਕਹਿੰਦੇ ਅਸੀਂ ਇੱਦਾਂ ਕਰ ਲਾਂਗੇ ਉੱਦਾਂ ਕਰ ਲਏ, ਪਰ ਨਹੀਂ, ਕਿਉਂਕਿ ਅਸੀਂ ਖੁਦ ਹੀ ਨੇਚਰ 'ਚੋਂ ਕ੍ਰੀਏਟ ਹੋਏ ਤਾਂ ਨੇਚਰ 'ਚ ਹੀ ਵਾਪਸ ਚਲੇ ਜਾਣਾ। ਤਾਂ ਇਸ ਕਰਕੇ ਅਸੀਂ ਆਪਣੀ ਜ਼ਿੰਦਗੀ 'ਚ ਆਏ ਹਾਂ ਲਾਈਫ ਦੇ ਵਿੱਚ, ਤਾਂ ਅਸੀਂ ਨੇਚਰ ਨੂੰ ਹੀ ਪਾਈਏ। ਜੇ ਨੇਚਰ ਨੂੰ ਅਸੀਂ ਜਿੰਨਾ ਸਮਝ ਲਾਂਗੇ ਓਨਾ ਅਸੀਂ ਈਜ਼ੀ ਰਹਾਂਗੇ, ਮਤਲਬ ਸੁਖੀ ਰਹਾਂਗੇ। ਦੈਟ ਇਜ਼ ਆਲ ਮੇਰਾ ਕਨਸੈਪਟ ਹੈ ਇਸ ਵਿੱਚ। ਪਹਿਲਾਂ ਤਾਂ ਇਹ ਕਨਸੈਪਟ ਚੂਜ਼ ਕਰਨਾ, ਫਿਰ ਇਹ ਬਲੈਕ ਐਂਡ ਵਾਈਟ, ਇਹ ਮਤਲਬ ਕਿਵੇਂ ਚੂਜ਼? देखो कलर्स भी ਅਸੀਂ ਖਿੱਚਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਕਲਰਸ ਵੀ ਹੈ, ਲੇਕਿਨ ਸਮਟਾਈਮਸ ਤੁਸੀਂ ਜੋ ਤੁਹਾਡੇ ਮਨ 'ਤੇ ਕੋਈ ਚੀਜ਼ ਸਟ੍ਰਾਈਕ ਕਰਦੀ ਆ, ਜਾਂ ਕੋਈ ਵਾਰੀ ਤੁਸੀਂ ਕਿਸੇ ਪਿਕਚਰ ਦਾ ਟਾਈਟਲ ਦਿੰਦੇ ਆ, ਕਦੀ ਨਹੀਂ ਦਿੰਦੇ। ਇਹ ਜਸਟ ਲਾਈਕ ਫੋਟੋ ਕਲਰ ਐਂਡ ਬਲੈਕ ਐਂਡ ਵਾਈਟ ਵੀ ਮੇਰੇ ਨਾਲ ਇਸ ਤਰ੍ਹਾਂ ਆ ਵੀ ਜੇ ਤੁਸੀਂ ਮਤਲਬ ਤੁਸੀਂ ਟਾਈਟਲ ਨਹੀਂ ਦਿੰਦੇ, ਤੁਸੀਂ ਵਿਊਅਰ 'ਤੇ ਜਿਹੜਾ ਵਿਊਅਰ ਆ ਉਹਦੇ ਮਾਈਂਡ 'ਤੇ ਤੁਸੀਂ ਜ਼ੋਰ ਲਗਾ ਰਹੇ ਆ ਵੀ ਉਹ ਥਿੰਕ ਕਰੇ ਇਹਦੇ ਬਾਰੇ। ਤਾਂ ਮੇਰਾ ਪਰਪਸ ਹੀ ਇਹ ਆ ਵੀ ਮਤਲਬ ਮੈਂ ਤਾਂ ਖਿੱਚੀਆਂ, ਮੇਰੇ ਤਾਂ ਮਾਈਂਡ ਨੇ ਉਦੋਂ ਉਹ ਪਰਪਸ ਕਰਕੇ ਖਿੱਚਤੀਆਂ, ਤਾਂ ਵਿਊਅਰ ਵੀ ਉਹਨੂੰ ਉਸ ਕੰਸਨਟ੍ਰੇਸ਼ਨ ਨਾਲ ਦੇਖ ਕੇ ਉਹ ਵੀ ਉਹਦੇ ਵਿੱਚੋਂ ਕੋਈ ਗੈਸ ਲਗਾਏ ਜਾਂ ਸੋਚੇ, ਤਾਂ ਉਹ ਜੋ ਮੈਂ ਸੋਚ ਰਿਹਾ ਉਹ ਵੀ ਨੇਚਰ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰੇ। ਤਾਂ ਇਸ ਕਰਕੇ ਬਲੈਕ ਐਂਡ ਵਾਈਟ ਦੇ ਵਿੱਚ ਉਹ ਜ਼ਿਆਦਾ ਤੁਸੀਂ ਡਿਪੈਕਟ ਕਰ ਸਕਦੇ ਆ, ਉਹ ਤੁਹਾਨੂੰ ਉਹਦੇ ਵਿੱਚ ਜ਼ਿਆਦਾ ਖੁੱਭਣਾ ਪਏਗਾ ਤਾਂ ਤੁਸੀਂ ਉਹਦੇ ਵਿੱਚੋਂ ਚੀਜ਼ ਬਾਹਰ ਕੱਢ ਸਕਦੇ ਆ। ਫੋਟੋਗ੍ਰਾਫ ਕਿਸੇ ਕਨਸੈਪਟ ਨੂੰ ਸੋਚ ਕੇ ਨਹੀਂ ਖਿੱਚੀਆਂ, ਐਕਸੀਡੈਂਟਲੀ ਖਿੱਚੀਆਂ ਗਈਆਂ। ਬੱਸ 'ਤੇ ਅਸੀਂ ਜਾ ਰਹੇ ਸੀ ਕਿ ਗਰੁੱਪ, ਦ ਬੱਸ ਸਟਾਪਡ ਔਨ ਅ ਬ੍ਰਿਜ ਔਨ ਗੋਦਾਵਰੀ। ਉੱਤੇ ਸੱਜੇ ਪਾਸੇ ਦੇਖਿਆ ਸਮ ਨਾਈਸ ਵਿਊਜ਼ ਵਰ ਦੇਅਰ। ਆਈ ਇਮੀਡੀਏਟਲੀ ਗੋਟ ਡਾਊਨ, ਸਟਾਰਟਿਡ ਵਾਕਿੰਗ ਵੈਰੀ ਬ੍ਰਿਸਕਲੀ ਇਨ ਦ ਡਾਇਰੈਕਸ਼ਨ ਦ ਬੱਸ ਵਾਸ ਸਪੋਜ਼ਡ ਟੂ ਮੂਵ, ਬਿਕੋਜ਼ ਉਹਨੇ ਮੇਰੇ ਲਈ ਰੁਕਣਾ ਨਹੀਂ ਸੀ। ਜਿੱਥੇ ਮੈਨੂੰ ਕੋਈ ਚੰਗੀ ਚੀਜ਼ ਦਿਸੀ ਉਹ ਫੋਟੋਆਂ ਖਿੱਚਦਾ ਰਿਹਾ।
ਜਦੋਂ ਖਿੱਚ ਲਈਆਂ then I found some meaning in it. This picture it's a wilderness. ਇਹਦੇ ਵਿੱਚ ਕੱਲੀ ਇੱਕ ਬੋਟ ਹੈਗੀ ਹੈ. I have named it Only the Lonely. ਕੱਲਾ ਬੰਦਾ ਦੁਨੀਆ 'ਚ ਕਿਵੇਂ ਮਹਿਸੂਸ ਕਰਦਾ ਹੈ, that's a thing in it. Technically speaking, ਇਹਦੇ ਸਬਜੈਕਟ ਸਿਰਫ ਇੱਕੋ ਹੈਗਾ, that's a boat. ਬਾਕੀ ਸਾਰੀ what you call in photographic term the negative space. ਬਾਕੀ ਜਿੰਨੀ ਵੀ ਆਲੇ ਦੁਆਲੇ ਜਗ੍ਹਾ ਉਹ 'ਚ ਕੋਈ ਡਿਟੇਲ ਨਹੀਂ ਹੈਗੀ. So that doesn't draw your attention. It leads attention to this main subject. ਇਹਦੀਆਂ ਜਿਹੜੀਆਂ ਲਾਈਨਾਂ ਨੇ they all lead to this picture. So when you're looking at the rest of the picture, ਧਿਆਨ ਆਪਣੇ ਆਪ ਇਹ ਜਾਂਦਾ ਹੈ. This picture, ਇਹਨੂੰ ਦੇਖ ਕੇ ਜਿਹੜੇ ਮੇਰੇ ਤੋਂ you are looking for the story, ਜਿਹੜੇ ਮੇਰੇ thought provoke ਹੋਏ ਨੇ when I see these boats, ਉਹ ਇੱਕ ਦੇ ਪਿੱਛੇ ਬੰਨੀ ਹੋਈ ਹੈ, ਉਹ ਜਿਵੇਂ ਲਾਵਾਂ ਲੈਣ ਲੱਗੇ ਹੁੰਦਾ ਨਾ ਫੇਰਿਆਂ ਵੇਲੇ ਕਿ it's a couple. ਉਹ ਗਾਣਾ ਨਾ too long ਤੇ ਮੈਂ ਲਾਚੀ ਤੇਰੇ ਪਿੱਛੇ ਆ ਗਵਾਚੀ. So it gives me that feel. I felt it's a couple. That's why I looked at it. And again, the wilderness. Koi aale dwale nahi hai. There's no distraction. So it reminded me of the song. Socho kabhi aisa ho to kya ho. Ek kamre mein band ho. So it's in complete isolation. So that's the thought which it gives me. Technically speaking, again, negative space and just one subject and form the diagonal kind of thing. That's from the technical point of view. This picture, again, you look at the subject की कोई detail नहीं दिख रही, it's just a negative space and that negative space leads attention to this. ਇਹਨੂੰ मैं caption देता एकला चलो रे, dare to go alone. अकेला बंदा fishing कर रहा है, there is no support, nothing with him, एकला चलो रे. That's what it is. The Beatles, we know, we can relate it with our generation. This band started in 1960 with 4 friends from Liverpool, UK, joining together and starting a rock band. And these photographs, they capture the ambience of the place where they started. The first concert or the first performances of this band, they started in the Cavern Club and Pub there in Liverpool. So the street is now named Beetle Street, Liverpool, UK. And this is the stage which is still maintained in the original condition and where Beatles used to perform. This is a wall where all the bands, popular bands at that time and later, they came and performed here as a tribute to the Beatles group. And this is posters and the memorabilia of that time, Beatles time. And this fellow, somebody commented, he looks like Paul McCartney of that time. But he is a modern day singer who belts out Beatle numbers even today. And a young generation as well as old couples, they come here and enjoy the Beatle music till this day in huge numbers. And it was a exciting thing for me to capture these photographs, especially on a December chilly night in Liverpool. Is supposed to be very cold at that time. And there are a lot of crowd there. So I had to wait there to find a suitable time when to shoot so that there are less people, less interference and all that. So this, my photographs, they capture the Beatles story. And Beatles at that time had become so famous that John Lennon, he commented once that we are now more famous than even Jesus Christ. And this statement of his resulted in lots of protests and violence and rioting and all that. So subsequent to this event, they stopped performing live concerts and they focused more on studio recordings and releasing albums and all that. But that is again a history because their albums sold so much that they like minted money out of that. So this is the story of Beatles.